ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ। ਸ਼੍ਰੀ ਅੰਗਦ ਸੁਨ ਪਰਮ ਵਡੇਰੇ ਹੋਤੀ ਜਿਤੀ ਕਰਦੇ ਸੁਧ ਮੇਰੇ। ਤਿਤੀ ਕਥਾ ਏਉ ਦੀਨ ਸੁਨਾਈ ਰਾਵਰ ਕੀ ਮੈਂ ਪਾਏ ਰਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਪੈ ਤਾਪ ਗੁਣ ਸਭ ਛਪੇ। ਐਸੇ ਕਰਨ ਕਾਰਨ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ। ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਪਹਿਲੇ ਪਾਤਸ਼ਾਹ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੂੰ
ਬਾਬਾ ਬੁੱਢਾ ਸਾਹਿਬ ਜੀ ਆਣ ਕਰਕੇ ਮਿਲੇ ਹਨ। ਬਾਲ ਅਵਸਥਾ ਵਿੱਚ ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤ ਕਰਕੇ ਭਾਈ ਬੂੜੇ ਤੋਂ ਬਾਬਾ ਬੁੱਢਾ ਸਾਹਿਬ ਜੀ ਹੋ ਕੇ ਸਿੱਖ ਜਗਤ ਵਿੱਚ, ਸਿੱਖ ਪੰਥ ਵਿੱਚ ਪ੍ਰਗਟ ਹੋਏ। ਗੁਰੂ ਪਾਤਸ਼ਾਹ ਦੀ ਕਰੁਣਾ ਨਾਲ, ਸਤਿਗੁਰਾਂ ਦੀ ਦਇਆ ਨਾਲ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਗਏ ਔਰ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਹੀ ਰਹਿ ਕੇ ਸੇਵਾ ਟਹਿਲ ਕਰਨ ਲੱਗੇ। ਇੱਧਰ ਭਾਈ ਸਾਹਿਬ ਭਾਈ ਬਾਲਾ ਜੀ ਇਹ ਸਾਰੀ ਕਥਾ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ 'ਚ ਖਡੂਰ ਸਾਹਿਬ ਦੀ ਧਰਤੀ ਤੇ ਸੁਣਾ ਰਹੇ ਨੇ। ਭਾਈ ਬਾਲਾ ਜੀ ਕਹਿੰਦੇ, ਮਾਤਾ ਜੀ ਨੇ ਉਹਨਾਂ ਦਿਨਾਂ ਵਿੱਚ ਮੈਨੂੰ ਬੁਲਾ ਕੇ ਬਚਨ ਕਹੇ ਕਿ ਭਾਈ ਬਾਲਾ ਜੀ, ਤੁਸੀਂ ਹੁਣ ਨਾਨਕ ਤਪਾ ਜੀ ਨੂੰ ਕੁਝ ਸਮੇਂ ਲਈ ਇੱਥੇ ਹੀ ਰਹਿਣ ਦਿਓ, ਕਿਉਂਕਿ ਤੁਸੀਂ ਇੱਥੇ ਰਹੋਗੇ ਤੁਹਾਨੂੰ ਵੇਖ ਕੇ ਫਿਰ ਕਿਤੇ ਨਾ ਕਿਤੇ ਕਿਸੇ ਉਦਾਸੀ ਤੇ ਚਲੇ ਜਾਣਗੇ। ਭਾਈ ਬਾਲਾ ਜੀ ਕਹਿੰਦੇ, ਮਾਤਾ ਜੀ ਦੇ ਬਚਨ ਸੁਣ ਕੇ ਮੇਰੇ ਮਨ ਨੂੰ ਇਹ ਗੱਲ ਚੰਗੀ ਲੱਗੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਜਾ ਕੇ ਭਾਈ ਬਾਲਾ ਜੀ ਕਹਿੰਦੇ, ਮੈਂ ਬੇਨਤੀ ਕਰਕੇ ਆਗਿਆ ਮੰਗੀ, ਮਹਾਰਾਜ ਮੈਨੂੰ ਆਗਿਆ ਦਿਓ ਕਿ ਮੈਂ ਹੁਣ ਤਲਵੰਡੀ ਜਾਵਾਂ, ਕਿਰਪਾ ਰੱਖਿਓ, ਆਪਣੇ ਚਰਨਾਂ 'ਚ ਹੀ ਮੇਲ ਕੇ ਰੱਖਿਓ। ਸਤਿਗੁਰੂ ਜੀ ਨੇ ਕਹੇ, ਭਾਈ ਬਾਲਾ ਜੀ ਸਰੀਰਾਂ ਦਾ ਮਿਲਣਾ ਤੇ ਵਿਛੜਨਾ ਇਹ ਤਾਂ ਸੁਭਾਵਿਕ ਹੈ। ਤੁਹਾਡਾ ਦਿਲ ਸਾਡੇ ਨਾਲ ਮਿਲਿਆ ਹੋਇਆ ਤੇ ਜਿਨ੍ਹਾਂ ਦੇ ਦਿਲ ਮਿਲੇ ਹੁੰਦੇ ਆ ਉਹ ਮਿਲੇ ਹੀ ਰਹਿੰਦੇ ਨੇ, ਉਹਨਾਂ ਦਾ ਕਦੇ ਵਿਛੋੜਾ ਨਹੀਂ ਹੁੰਦਾ। ਲੋਕ ਪਰਲੋਕ ਵਿੱਚ ਤੁਸੀਂ ਸਾਡੇ ਨਾਲ ਹੀ ਰਹੋਗੇ, ਸਾਡੇ ਹੀ ਚਰਨਾਂ 'ਚ ਰਹੋਗੇ। ਸਤਿਗੁਰੂ ਜੀ ਨੇ ਐਸੀ ਬਖਸ਼ਿਸ਼ ਕਰਕੇ ਭਾਈ ਬਾਲਾ ਜੀ ਨੂੰ ਵਿਦਾ ਕੀਤਾ ਹੈ। ਤਲਵੰਡੀ ਜਾ ਕੇ ਭਾਈ ਬਾਲਾ ਜੀ ਕਹਿੰਦੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਮੂਰਤ ਦਾ ਧਿਆਨ ਆਪਣੇ ਹਿਰਦੇ 'ਚ ਮੈਂ ਧਾਰਨ ਕਰਕੇ ਰੱਖਿਆ। ਉਹਨਾਂ ਦੇ ਸੱਚਖੰਡ ਜਾਣ ਤੋਂ ਬਾਅਦ ਜਦੋਂ ਮੈਨੂੰ ਖਬਰ ਹੋਈ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਤੁਸੀਂ ਗੁਰਗੱਦੀ ਤੇ ਬੈਠੇ ਹੋ, ਤਾਂ ਮੈਂ ਦਰਸ਼ਨਾਂ ਵਾਸਤੇ ਖਡੂਰ ਸਾਹਿਬ ਚੱਲ ਕੇ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਇਆ ਹਾਂ। ਔਰ ਜਿੰਨੀ ਕੁ ਕਥਾ ਮੈਂ ਆਪਣੇ ਨੇਤਰਾਂ ਨਾਲ ਸਤਿਗੁਰਾਂ ਦੇ ਦਰਸ਼ਨ ਕਰਕੇ ਵੇਖਿਆ ਹੈ, ਉਹ ਕਥਾ ਆਪ ਜੀ ਦੇ ਚਰਨਾਂ 'ਚ ਮੈਂ ਸਰਵਣ ਕਰਵਾ ਦਿੱਤੀ ਹੈ। ਇਸ ਤੋਂ ਅਗਲੇਰੇ ਪ੍ਰਸੰਗ ਬਾਰੇ ਮੈਂ ਨਹੀਂ ਜਾਣਦਾ। ਭਾਈ ਸਾਹਿਬ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਵਿੱਚ ਬੈਠੇ ਹਨ, ਬਚਨ ਬਿਲਾਸ ਹੋ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਕਿਉਂਕਿ ਖਾਲਸਾ ਜੀ ਜੋ ਇਹ ਗ੍ਰੰਥ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼, ਜਿਹਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ, ਇਹ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਅਨੁਵਾਦ ਕੀਤਾ ਗਿਆ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਦੇ ਜਦੋਂ ਦਰਸ਼ਨਾਂ ਨੂੰ ਆਏ ਸਨ, ਉਹਦੇ ਬਾਰੇ ਜ਼ਿਕਰ ਆਉਂਦਾ, ਕਰ ਤੁੰਬੀ ਕਟਕੀਨ ਕੁਪੀਨਾ, ਤਨ ਉਪਰ ਕਮਰੀ ਸਿਤ ਲੀਨਾ, ਉੱਚੀ ਕੁਲਹਿ ਸੀਸ ਪਰ ਧਾਰੀ, ਸ਼ਮ ਸਵੇਤ ਦੀਰਘ ਇਕਸਾਰੀ। ਭਾਈ ਬਾਲਾ ਜੀ ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਆਏ ਸੀ, ਇਹੋ ਜਿਹਾ ਸਵਰੂਪ ਸੀ ਉਹਨਾਂ ਦਾ। ਗੁਰੂ ਅੰਗਦ ਸਾਹਿਬ ਨੂੰ ਜਦੋਂ ਉਹਨਾਂ ਨੇ ਕਥਾ ਸਰਵਣ ਕਰਵਾਈ ਤੇ ਭਾਈ ਪੈੜੇ ਮੋਖੇ ਪਾਸੋਂ ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਸਾਰੀ ਕਥਾ ਲਿਖਵਾ ਲਈ ਸੀ। ਉੱਥੋਂ ਫਿਰ ਇਹ ਭਾਈ ਬਾਲੇ ਵਾਲੀ ਜਨਮ ਸਾਖੀ ਜਗਤ ਸਿੱਧ ਹੋਈ, ਜਗਤ ਪ੍ਰਗਟ ਹੋਈ। ਤੋ ਭਾਈ ਬਾਲਾ ਜੀ ਨੇ ਸਾਰੀ ਕਥਾ ਸੰਪੂਰਨ ਕੀਤੀ ਹੈ ਗੁਰੂ ਸਾਹਿਬ ਦੇ ਚਰਨਾਂ 'ਚ। ਜਿੰਨੇ ਉਹਨਾਂ ਨੇ ਮਹਾਰਾਜ ਜੀ ਦੇ ਦਰਸ਼ਨ ਕਰਕੇ ਕੌਤਕ ਵੇਖੇ, ਜਿੰਨੇ ਕੁ ਦੱਸ ਸਕੇ ਦੱਸੇ ਹਨ। ਗੁਰੂ ਸਾਹਿਬ ਦੇ ਚਰਨਾਂ 'ਚ ਜਿਵੇਂ ਇੱਕਮਿਕ ਹੋ ਰਹੇ ਨੇ, ਕਿਉਂਕਿ ਖਾਲਸਾ ਜੀ ਮੁਕਤੀ ਇਸ ਸਰੀਰ ਵਿੱਚ ਰਹਿ ਕੇ ਵੀ ਮਾਣੀ ਜਾਂਦੀ ਹੈ। ਸਰੀਰ ਦੇ ਪਰਦੇ ਤੋਂ ਬਾਅਦ ਜੋ ਨਿਜਾਨੰਦ ਵਿੱਚ ਜਾ ਕੇ ਫਿਰ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਵਿੱਚ ਭੇਦਤਾ ਦਾ ਸੁੱਖ ਹੈ, ਉਹ ਵੀ ਕਹਿਣ ਕਥਨ ਤੋਂ ਪਰੇ ਹੈ। ਭਾਈ ਬਾਲਾ ਜੀ ਜਿਵੇਂ ਗੁਰੂ ਸਾਹਿਬ ਦੇ ਸਵਰੂਪ ਵਿੱਚ ਭੇਦ ਹੋ ਰਹੇ ਨੇ, ਮਨ ਬਿਰਤੀਆਂ ਇਕਾਗਰ ਕਰੀਏ। ਕਥਾ ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸ਼੍ਰੀ ਅੰਗਦ ਸੁਨ ਪਰਮ ਬਡੇਰੇ। ਭਾਈ ਬਾਲਾ ਜੀ ਕਹਿ ਰਹੇ ਨੇ, ਹੇ ਗੁਰੂ ਅੰਗਦ ਦੇਵ ਸਾਹਿਬ ਜੀਓ, ਵੱਡਿਆਂ ਤੋਂ ਵੱਡੇ ਸਤਿਗੁਰੂ ਜੀ, ਹੋਤੀ ਜਤੀ ਹਿਰਦੇ ਸੁਧ ਮੇਰੇ। ਮੇਰੇ ਹਿਰਦੇ 'ਚ ਜਿੰਨੀ ਕੁ ਸੁਧ ਸੀ,
ਯਾਨੀ ਕਿ ਜਿੰਨਾ ਕੁ ਮੈਂ ਜਾਣ ਸਕਿਆ ਸਤਿਗੁਰਾਂ ਦੀ ਕਥਾ ਨੂੰ, ਉਹਨਾਂ ਦੇ ਨਾਲ ਰਹਿ ਕੇ ਜਿੰਨੇ ਕੁ ਚੋਜ ਕੌਤਕ ਮੇਰੀ ਸਿਮਰਤੀ ਵਿੱਚ ਸਨ, ਤਿਤੀ ਕਥਾ ਏਉ ਦੀਨ ਸੁਨਾਈ। ਉਤਨੀ ਕਥਾ ਮੈਂ ਆਪ ਜੀ ਦੇ ਦਰਬਾਰ ਦੇ ਵਿੱਚ ਸਰਵਣ ਕਰਾਈ ਹੈ। ਜਿੰਨੀ ਕੁ ਮੈਨੂੰ ਸੋਝੀ ਸੀ, ਜਿੰਨੀ ਕੁ ਸੁੱਧ ਸੀ, ਉਤਨੀ ਕੁ ਕਥਾ ਆਪ ਜੀ ਦੇ ਚਰਨਾਂ ਵਿੱਚ, ਆਪ ਜੀ ਦੇ ਦਰਬਾਰ ਵਿੱਚ ਕਹਿ ਕੇ ਸੁਣਾਈ ਹੈ। ਰਾਵਰ ਕੀ ਮੈਂ ਪਾਏ ਰਜ਼ਾਈ। ਮਹਾਰਾਜ ਜੀ ਆਪ ਜੀ ਦੀ ਰਜਾ, ਆਪ ਜੀ ਦੀ ਆਗਿਆ ਪ੍ਰਾਪਤ ਕਰਕੇ ਤਲਵੰਡੀ ਮੈਂ ਰਿਓ ਬਹੋਰੀ। ਮਹਾਰਾਜ ਜੀ ਮੈਂ ਇਹ ਕਥਾ ਸੁਣਾਈ ਹੈ। ਜਦੋਂ ਗੁਰੂ ਨਾਨਕ ਸਾਹਿਬ ਕੋਲੋਂ ਮੈਂ ਵਿਦਾ ਹੋ ਕੇ ਚਲਾ ਗਿਆ ਤਾਂ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਤਲਵੰਡੀ ਜਾ ਕੇ ਮੈਂ ਰਹਿ ਕੇ ਆਪਣਾ ਸਮਾਂ ਬਤੀਤ ਕੀਤਾ। ਧਿਆਨ ਕਰੋ ਬੰਦੋਂ ਤੈ ਠੌਰੀ। ਰਾਏ ਭੋਏ ਦੀ ਤਲਵੰਡੀ ਯਾਨੀ ਕਿ ਸ੍ਰੀ ਨਨਕਾਣਾ ਸਾਹਿਬ, ਉੱਥੇ ਜਾ ਕੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਦਾ ਧਿਆਨ ਮੈਂ ਆਪਣੇ ਹਿਰਦੇ ਵਿੱਚ ਕਰਦਾ ਰਿਹਾ। ਜਬ ਮੈਂ ਸੁਨਿਓ ਦੁਤੀਏ ਕੀਏ ਬੇਖਾ। ਜਦੋਂ ਮੈਨੂੰ ਪਤਾ ਲੱਗਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਗਏ ਨੇ ਔਰ ਉਹਨਾਂ ਨੇ ਦੂਸਰਾ ਰੂਪ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਧਾਰਨ ਕੀਤਾ ਹੈ, ਦਰਸ ਹੇਤ ਪੀ ਚਾਹ ਵਿਸ਼ੇਖਾ। ਮੇਰੇ ਮਨ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਚਾਹਨਾ ਹੋਈ। ਮੇਰੇ ਮਨ 'ਚ ਇੱਛਾ ਹੋਈ ਕਿ ਮੈਂ ਜਾ ਕੇ ਦੂਸਰੇ ਗੁਰੂ ਨਾਨਕ ਸਾਹਿਬ ਯਾਨੀ ਕਿ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਤੁਹਾਡੇ ਦਰਸ਼ਨ ਕਰਾਂ। ਇਹ ਇੱਛਾ, ਇਹ ਜਗਿਆਸਾ ਆਪਣੇ ਹਿਰਦੇ 'ਚ ਰੱਖ ਕੇ ਮੈਂ ਆਇਆ ਸੀ। ਤਤ ਛਿਨ ਤੁਮਰੇ ਆਏ ਸਮੀਪਾ। ਤਤ ਛਿਨ ਚੱਲ ਕੇ ਨਨਕਾਣਾ ਸਾਹਿਬ ਤੋਂ ਮੈਂ ਆਪ ਜੀ ਦੇ ਚਰਨਾਂ 'ਚ ਇੱਥੇ ਖਡੂਰ ਸਾਹਿਬ ਹਾਜ਼ਰ ਹੋਇਆ। ਦਰਸੇ ਤੁਮ ਤੇ ਹਣ ਕੁਲ ਦੀਪਾ। ਇਹ ਤ੍ਰਿਹਣ ਕੁਲ ਦੇ ਦੀਪ ਬਾਬਾ ਫੇਰੂ ਨੰਦਨ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਨੇ ਆਪਣੇ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਮੈਨੂੰ ਕਿਰਤਾਰਥ ਕੀਤਾ ਹੈ। ਸੋ ਸ਼੍ਰੀ ਨਾਨਕ ਹੋ ਤੁਮ ਉਹੀ। ਮਹਾਰਾਜ ਜੋ ਆਨੰਦ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕਰਕੇ ਮਾਣਿਆ ਹੈ, ਉਹੀ ਆਨੰਦ ਆਪ ਜੀ ਦੇ ਪਾਸੋਂ ਪ੍ਰਾਪਤ ਹੋ ਰਿਹਾ ਹੈ। ਗੁਰੂ ਨਾਨਕ ਸਾਹਿਬ ਔਰ ਤੁਹਾਡੇ ਵਿੱਚ ਮੈਨੂੰ ਕੋਈ ਵੀ ਭੇਦ ਨਜ਼ਰ ਨਹੀਂ ਆਉਂਦਾ। ਭਾਈ ਬਾਲਾ ਜੀ ਕਹਿੰਦੇ ਮੈਂ ਆਪਣੇ ਜੀਵਨ ਦਾ ਲੰਮਾ ਸਮਾਂ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਹੈ। ਜੋ ਉਹ ਸਨ ਉਹੀ ਤੁਸੀਂ ਹੋ। ਤੁਹਾਡੇ ਵਿੱਚ ਔਰ ਉਹਨਾਂ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ, ਪਲਟੀਐ ਝੂਲੈ ਸੋ ਛਤ ਨਰੰਜਨੀ, ਮਲ ਤਖਤ ਬੈਠਾ ਗੁਰ ਹਟੀਐ। ਮਹਾਰਾਜ ਤੁਹਾਡੇ ਵਿੱਚ ਔਰ ਗੁਰੂ ਨਾਨਕ ਸਾਹਿਬ ਵਿੱਚ ਕੋਈ ਵੀ ਭੇਦ ਨਹੀਂ ਹੈ। ਪ੍ਰਤੀਤ ਅਤਸ਼ੈ ਦ੍ਰਿੜ ਮੋਈ। ਮੇਰੇ ਹਿਰਦੇ ਵਿੱਚ ਪ੍ਰਤੀਤ ਹੈ ਔਰ ਅਤਸ਼ੈ ਕਹੀਏ ਬਹੁਤ ਜ਼ਿਆਦਾ ਪੱਕੀ ਪ੍ਰਤੀਤ ਤੇ ਦ੍ਰਿੜ ਭਰੋਸਾ ਹੈ। ਆਪਣੀ ਕਥਾ ਆਪ ਲਿਖਵਾਈ। ਇਹ ਸਤਿਗੁਰੂ ਜੀ ਤੁਸੀਂ ਆਪਣੀ ਕਥਾ ਆਪ ਹੀ ਲਿਖਵਾਈ ਹੈ। ਗੁਰੂ ਨਾਨਕ ਰੂਪ ਹੋ ਕੇ ਤੁਸੀਂ ਕੌਤਕ ਕੀਤੇ ਨੇ ਔਰ ਉਹ ਸਾਰੇ ਕੌਤਕਾਂ ਦੀ ਕਥਾ ਗੁਰੂ ਅੰਗਦ ਰੂਪ ਹੋ ਕੇ ਤੁਸੀਂ ਆਪ ਹੀ ਲਿਖਵਾਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਤੁਸੀਂ ਆਪਣੀ ਕਥਾ ਆਪ ਲਿਖਵਾਈ ਹੈ। ਭਾਈ ਪੈੜੇ ਮੋਖੇ ਦੇ ਪਾਸੋਂ ਇਹ ਜਿਤਨੀ ਕਥਾ ਲਿਖੀ ਗਈ ਹੈ ਜਨਮ ਸਾਖੀ ਵਿੱਚ, ਇਹ ਸਾਰੀ ਕਥਾ ਸਤਿਗੁਰੂ ਜੀ ਤੁਸੀਂ ਆਪਣੀ ਆਪ ਲਿਖਵਾਈ ਹੈ। ਦਾਸ ਜਾਨ ਮੁਝ ਦੀਨ ਬੜਾਈ। ਮਹਾਰਾਜ ਮੈਨੂੰ ਤਾਂ ਆਪਣਾ ਦਾਸ ਜਾਣ ਕੇ, ਸੇਵਕ ਜਾਣ ਕੇ ਤੁਸੀਂ ਵਡਿਆਈ ਦਿੱਤੀ ਹੈ। ਕਥਾ ਤੁਸੀਂ ਆਪਣੀ ਆਪ ਹੀ ਲਿਖਵਾਈ ਹੈ। ਮਹਾਰਾਜ ਮੈਨੂੰ ਤਾਂ ਆਪਣਾ ਸੇਵਕ ਤੇ ਅਦਨਾ ਜਿਹਾ ਦਾਸ ਜਾਣ ਕੇ ਆਪ ਜੀ ਨੇ ਵਡਿਆਈ ਦੇ ਦਿੱਤੀ ਹੈ। ਔਰ ਇਸ ਜਨਮ ਸਾਖੀ ਨਾਲ ਮੇਰਾ ਨਾਂ ਜੁੜ ਗਿਆ। ਇਸ ਜਨਮ ਸਾਖੀ ਨੂੰ ਹੁਣ ਕਿਹਾ ਜਾਣ ਲੱਗ ਪਵੇਗਾ ਭਾਈ ਬਾਲੇ ਵਾਲੀ ਜਨਮ ਸਾਖੀ। ਤੋ ਮਹਾਰਾਜ ਜੀ ਇਹ ਵਡਿਆਈ ਤੁਸਾਂ ਮੈਨੂੰ ਆਪਣਾ ਦਾਸ ਸਮਝ ਕੇ ਬਖਸ਼ੀ ਹੈ। ਸਭ ਵਿਦ ਅੰਤਰ ਜਾਮੀ ਜਾਨੋ। ਮਹਾਰਾਜ ਸੰਸਾਰ ਦੀ ਸਾਰੀ ਵਿਦ ਤੁਸੀਂ ਅੰਤਰਜਾਮੀ ਹੋ, ਜਾਣਦੇ ਹੋ। ਪਹਿਲਾਂ ਕੀ ਹੋਇਆ ਉਹ ਵੀ ਜਾਣਦੇ ਹੋ, ਹੁਣ ਕੀ ਹੋ ਰਿਹਾ ਉਹ ਵੀ ਜਾਣਦੇ ਹੋ, ਆਉਣ ਵਾਲੇ ਸਮੇਂ 'ਚ ਕੀ ਹੋਵੇਗਾ ਉਹ ਵੀ ਤੁਸੀਂ ਜਾਣਦੇ ਹੋ। ਤੁਸੀਂ ਤ੍ਰਿਕਾਲਦਰਸ਼ੀ ਹੋ ਮਹਾਰਾਜ, ਤੁਸੀਂ ਅੰਤਰਜਾਮੀ ਹੋ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਅੰਤਰਜਾਮੀ ਹੋ। ਅੰਤਰਜਾਮੀ ਸਭ ਕੁਝ ਜਾਣੈ।
ਅਸੀਂ ਲੋਕਾਂ ਕੋਲੋਂ ਛੁਪਾ ਸਕਦੇ ਹਾਂ, ਦੁਨੀਆ ਕੋਲੋਂ ਛੁਪਾ ਸਕਦੇ ਹਾਂ, ਪਰ ਸਾਹਿਬ ਤੁਹਾਡੇ ਤੋਂ ਨਹੀਂ ਕੁਝ ਛੁਪ ਸਕਦਾ। ਤੁਸੀਂ ਸਭ ਦਿਆਂ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਹੋ। तीन काल की बात बखानो, ਤਿੰਨਾਂ ਕਾਲਾਂ ਦੀਆਂ ਵਿੱਚ, ਕਿਉਂਕਿ ਕਾਲ ਧੁਨ ਜੀ ਨੇ ਸਾਰੀ ਕਥਾ ਭਾਈ ਬਾਲਾ ਜੀ ਪਾਸੋਂ ਸੁਣੀ। हरकत उर्मुख बोले तबई। ਮਹਾਰਾਜ ਜੀ ਬੜੇ ਖੁਸ਼ ਹੋਏ। ਪਿੱਛੇ ਆਪ ਜੀ ਨੇ ਸੁਣਿਆ ਹੈ ਕਿ ਅਕਸਰ ਗੁਰੂ ਅੰਗਦ ਸਾਹਿਬ ਜਦੋਂ ਕਥਾ ਸੁਣਦੇ, ਗੁਰੂ ਨਾਨਕ ਸਾਹਿਬ ਦੀ ਕਥਾ ਸੁਣਦਿਆਂ ਸੁਣਦਿਆਂ ਸਮਾਧੀ ਲੱਗ ਜਾਣੀ। 4-4 ਦਿਨ ਸਮਾਧੀ ਲੱਗੀ ਰਹਿਣੀ। 4 ਦਿਨਾਂ ਬਾਅਦ ਨੇਤਰ ਖੁੱਲਣੇ, ਇਸ਼ਨਾਨ ਪਾਨ ਕਰਕੇ ਬੈਠਣਾ ਤੇ ਕਹਿਣਾ, ਭਾਈ ਬਾਲੇ ਸਭ ਦੇ ਮਨ ਵਿੱਚ। ਜਦੋਂ ਭਾਈ ਬਾਲਾ ਜੀ ਪਾਸੋਂ ਇਹ ਸਾਰੀ ਕਥਾ ਗੁਰੂ ਨਾਨਕ ਸਾਹਿਬ ਦੀ ਗੁਰੂ ਅੰਗਦ ਦੇਵ ਸਾਹਿਬ ਨੇ ਸੁਣੀ, ਬੜੇ ਖੁਸ਼ ਹੋਏ, ਬੜੇ ਹੀ ਆਨੰਦਿਤ ਹੋਏ। सुन बाले श्री गुर सम तुम हो। ਮਹਾਰਾਜ ਜੀ ਕਹਿਣ ਲੱਗੇ, ਭਾਈ ਬਾਲਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਦਾ ਸੰਗ ਕੀਤਾ ਹੈ, ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੀ ਸੇਵਾ ਕਰਦਿਆਂ ਕਰਦਿਆਂ ਤੁਸੀਂ ਉਹਨਾਂ ਵਿੱਚ ਹੀ ਇੱਕ ਬਿਕ ਹੋ ਗਏ ਹੋ। ਤੁਸੀਂ ਗੁਰੂ ਸਾਹਿਬ ਦੇ ਪਿਆਰੇ ਹੋ। तन तन पुन तन जन्म हो। ਭਾਈ ਬਾਲਾ ਜੀ ਤੁਸੀਂ ਧਨ ਹੋ, ਧਨ ਹੋ, ਤੁਹਾਡਾ ਜਨਮ ਧਨ ਹੈ। ਭਾਈ ਬਾਲਾ ਜੀ ਤੁਹਾਡਾ ਇਹ ਜਨਮ ਧਨ ਹੈ, ਤੁਹਾਡਾ ਇਹ ਜੀਵਨ ਧਨ ਹੈ। दोहरा तुमरो मुखरा का शशि सुदा गिरा सम पाए। ਮਹਾਰਾਜ ਜੀ ਕਹਿੰਦੇ, ਭਾਈ ਬਾਲਾ ਜੀ ਤੁਹਾਡਾ ਮੁਖ ਇਉਂ ਕਹਿ ਲਈਏ ਵੀ ਜਿਵੇਂ ਚੰਦਰਮਾ ਹੋਵੇ, ਤੇ ਜਿਵੇਂ ਚੰਦਰਮਾ ਚੋਂ ਅੰਮ੍ਰਿਤ ਝਰਦਾ ਹੈ, ਤਿਵੇਂ ਤੁਹਾਡੇ ਮੁਖ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਥਾ ਹੋਈ ਹੈ, ਇਹ ਮਾਨੋ ਚੰਦਰਮਾ ਦੇ ਵਿੱਚੋਂ ਅੰਮ੍ਰਿਤ ਦੀਆਂ ਬੂੰਦਾਂ ਝਰੀਆਂ ਹਨ। ਹਾਂਜੀ। सिख बिंद राख पीवई नितपत नित प्रत नहीं अघाए। ਸਿੱਖ ਬਰਿੰਦਾਰਕ, ਬਰਿੰਦਾਰਕ ਕਹਿੰਦੇ ਨੇ ਦੇਵਤਿਆਂ ਨੂੰ। ਕਹਿੰਦੇ ਮਹਾਰਾਜ ਜੀ ਕਹਿੰਦੇ ਆ ਜਿਹੜੇ ਸਿੱਖ ਨੇ ਨਾ, ਇਹ ਦੇਵਤੇ ਨੇ, ਤੇ ਦੇਵਤਿਆਂ ਨੂੰ ਪੀਣ ਵਾਸਤੇ ਕੀ ਮਿਲਦਾ? ਅੰਮ੍ਰਿਤ। ਗੁਰੂ ਨਾਨਕ ਸਾਹਿਬ ਦੀ ਇਹ ਕਥਾ ਅੰਮ੍ਰਿਤ ਹੈ, ਔਰ ਸਿੱਖਾਂ ਰੂਪੀ ਦੇਵਤਿਆਂ ਨੇ ਆਪਣੇ ਕੰਨਾਂ ਰੂਪੀ ਡੋਨਿਆਂ ਨਾਲ ਪਿਆਲੇ ਭਰ ਭਰ ਕੇ ਪੀਤੇ ਨੇ। ਇਸ ਕਥਾ ਨੂੰ ਸੁਣਿਆ, ਔਰ ਜਿਹੜੇ ਗੁਰੂ ਘਰ ਦੇ ਦੋਖੀ ਨਿੰਦਕ ਨੇ, ਚੱਕਵਿਆਂ ਦੇ ਸਮਾਨ, ਉਹ ਦੁੱਖ ਪਾਉਂਦੇ ਨੇ, ਉਹਨਾਂ ਨੂੰ ਗੁਰੂ ਸਾਹਿਬ ਦੀ ਮਹਿਮਾ ਚੰਗੀ ਨਹੀਂ ਲੱਗਦੀ। ਚੌਪਈ ਇਸਕੀ ਮਹਿਮਾ ਕਹੀ ਨਾ ਜਾਏ। ਭਾਈ ਬਾਲਾ ਜੀ ਜਿਹੜੀ ਕਥਾ ਤੁਸੀਂ ਗੁਰੂ ਬਾਬਾ ਜੀ ਦੀ ਸੁਣਾਈ ਹੈ, ਲਿਖੀ ਗਈ, ਇਸ ਕਥਾ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਇਹ ਗੁਰੂ ਨਾਨਕ ਸਾਹਿਬ ਦੀ ਕਥਾ ਹੈ। ਖਾਲਸਾ ਜੀ, ਇਹ ਪਰਮੇਸ਼ਰ ਦੀ ਕਥਾ ਹੈ, ਇਹ ਨਿਰੰਕਾਰ ਦੀ, ਅਕਾਲ ਪੁਰਖ ਦੀ ਕਥਾ ਹੈ। ਨਿਰੰਕਾਰ ਦੀ ਇਸ ਕਥਾ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਹਾਂਜੀ। ਸੁਨ ਕੇ ਚਾਰ ਪਦਾਰਥ ਪਾਏ। ਇਹ ਐਸੀ ਅੰਮ੍ਰਿਤ ਕਥਾ ਹੈ, ਗੁਰੂ ਅੰਗਦ ਸਾਹਿਬ ਕਹਿ ਰਹੇ ਨੇ, ਭਾਈ ਬਾਲਾ ਜੀ ਇਹ ਗੁਰੂ ਨਾਨਕ ਸਾਹਿਬ ਦੀ ਐਸੀ ਪਿਆਰੀ ਅੰਮ੍ਰਿਤ ਗਾਥਾ ਹੈ, ਅੰਮ੍ਰਿਤ ਕਥਾ ਹੈ, ਜਿਸ ਨੂੰ ਸੁਣਨ ਵਾਲੇ ਚਾਰੇ ਪਦਾਰਥਾਂ ਦੀ ਦਾਤ ਪ੍ਰਾਪਤ ਕਰ ਲੈਂਦੇ। ਸਤਿ ਸ੍ਰੀ ਅਕਾਲ। ਮੈਨੂੰ ਬਹੁਤ ਸਾਰੇ ਜਗਿਆਸੂ ਪ੍ਰੇਮੀ ਐਸੇ ਮਿਲ ਕੇ ਬਚਨ ਸੁਣਾਉਂਦੇ ਐ, ਕਹਿੰਦੇ ਗਿਆਨੀ ਜੀ ਜਦੋਂ ਦੀ ਮਹਾਰਾਜ ਜੀ ਦੀ ਕਥਾ ਸਰਵਣ ਕਰਨ ਲੱਗੇ ਹਾਂ, ਆ ਟੀਵੀ ਦੇ ਰਾਹੀਂ, ਇੰਟਰਨੈਟ ਦੇ ਰਾਹੀਂ ਬਹੁਤ ਸਾਰੇ ਜਗਿਆਸੂ ਕਥਾ ਸੁਣਦੇ ਆ, ਗੁਰੂ ਕੇ ਚਰਨਾਂ ਵਿੱਚ ਇੱਥੇ ਆਪ ਦੀ ਹਾਜ਼ਰੀਆਂ ਭਰ ਕੇ ਕਥਾ ਸੁਣਦੇ ਹੋ। ਜਦ ਸੁਣਨ ਲੱਗੇ ਹਾਂ ਮਹਾਰਾਜ ਜੀ ਦੀ, ਕਹਿੰਦੇ ਆਨੰਦ ਹੀ ਬਣ ਗਿਆ ਹੈ। ਸਤਿਗੁਰਾਂ ਦੀ ਕਥਾ ਵਿੱਚੋਂ ਬਹੁਤ ਕੁਝ ਸਾਨੂੰ ਪ੍ਰਾਪਤ ਹੋਇਆ। ਧਰਮ ਅਰਥ ਕਾਮ ਮੋਕਸ਼ ਮਾਨੋ ਚਾਰੇ ਪਦਾਰਥ ਗੁਰੂ ਕਥਾ ਚੋਂ ਹੀ ਪ੍ਰਾਪਤ ਹੋ ਗਏ ਹਨ।
ਸਤਿਗੁਰੂ ਜੀ ਨੇ ਰੰਗ ਹੀ ਬਦਲ ਦਿੱਤੇ ਨੇ, ਪਹਿਲਾ ਜੀਵਨ ਹੀ ਤਬਦੀਲ ਕਰਕੇ ਰੱਖ ਦਿੱਤਾ ਹੈ। ਗੁਰੂ ਅੰਗਦ ਸਾਹਿਬ ਜੀ ਇੱਥੇ ਦੱਸ ਰਹੇ ਨੇ ਕਿ ਇਹ ਗੁਰੂ ਨਾਨਕ ਸਾਹਿਬ ਦੀ ਕਥਾ ਹੈ। ਭਾਈ ਬਾਲਾ ਜੀ ਜਿਹੜੇ ਸਰੋਤੇ ਪ੍ਰੇਮ ਸਹਿਤ ਇਸ ਕਥਾ ਨੂੰ ਸੁਣਦੇ ਹਨ, ਉਹਨਾਂ ਨੂੰ ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥਾਂ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਨਹੀਂ ਅਲੱਭ ਵਸਤੂ ਹੈ ਕੋਈ, ਐਸੀ ਕੋਈ ਵਸਤੂ ਉਹਨਾਂ ਲਈ ਅਲੱਭ ਨਹੀਂ। ਅਲੱਭ ਦਾ ਮਤਲਬ ਜਿਹੜੀ ਨਾ ਲੱਭੇ। ਐਸੀ ਕੋਈ ਵਸਤੂ ਉਹਨਾਂ ਜਗਿਆਸੂਆਂ ਲਈ, ਸਰੋਤਿਆਂ ਲਈ ਅਲੱਭ ਨਹੀਂ ਵੀ ਜਿਹੜੀ ਨਾ ਮਿਲੇ। ਇਸ ਕਥਾ ਵਿੱਚੋਂ ਸਭ ਕੁਝ ਲੱਭ ਜਾਂਦਾ ਹੈ। ਇਹਦੇ 'ਚ ਸਬਰ ਮਿਲ ਜਾਂਦਾ, ਧੀਰਜ ਮਿਲ ਜਾਂਦਾ, ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਇਹ ਐਸੀ ਅੰਮ੍ਰਿਤਮਈ ਕਥਾ ਹੈ। ਜਿਉ ਪਾਰਸ ਤਨ ਟੋਟ ਨਾ ਹੋਈ, ਕਹਿੰਦੇ ਜਿਵੇਂ ਪਾਰਸ ਦਾ ਪੱਥਰ ਹੋਵੇ ਨਾ ਕਿਸੇ ਕੋਲ, ਉਹਨੂੰ ਧਨ ਦੀ ਟੋਟਾ ਰਹਿ ਸਕਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹਦੇ ਕੋਲ ਪਾਰਸ ਦਾ ਪੱਥਰ ਹੋਵੇ ਉਹਨੂੰ ਟੋਟਾ ਰਹਿ ਸਕਦਾ ਕਿਸੇ ਚੀਜ਼ ਦਾ? ਭਲਾ ਉਹ ਜਿਹੜੀ ਮਰਜ਼ੀ ਧਾਤ ਨੂੰ ਸੋਨਾ ਬਣਾ ਲਵੇ, ਉਹਨੂੰ ਕਾਹਦਾ ਟੋਟਾ ਰਹਿਣਾ ਕਿਸੇ ਧਨ ਦਾ? ਐਸੇ ਜਿਸ ਤਰ੍ਹਾਂ ਜਿਨ੍ਹਾਂ ਦੇ ਕੋਲ ਗੁਰੂ ਨਾਨਕ ਸਾਹਿਬ ਦੀ ਕਥਾ ਹੈ, ਜਿਹੜੇ ਇਸ ਕਥਾ ਨੂੰ ਸੁਣਦੇ ਨੇ ਪਿਆਰ ਸਹਿਤ, ਇਹ ਭਾਵਨਾ ਕਰਕੇ ਸੁਣਦੇ ਨੇ ਕਿ ਇਹ ਕਥਾ ਗੁਰੂ ਪਰਮੇਸ਼ਰ ਦੀ ਕਥਾ ਹੈ, ਅਕਾਲ ਪੁਰਖ ਦੀ ਕਥਾ ਹੈ। ਗੁਰੂ ਅੰਗਦ ਸਾਹਿਬ ਕਹਿੰਦੇ ਉਹਨਾਂ ਨੂੰ ਵੀ ਕਿਸੇ ਪ੍ਰਕਾਰ ਦਾ ਕੋਈ ਟੋਟਾ ਨਹੀਂ ਰਹਿੰਦਾ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਘਾਟਾ, ਕੋਈ ਟੋਟਾ ਨਹੀਂ ਰਹਿੰਦਾ। ਉਹਨਾਂ ਦੇ ਖਜ਼ਾਨਿਆਂ 'ਚ, ਉਹਨਾਂ ਦੇ ਵਪਾਰਾਂ ਵਿੱਚ, ਕਾਰੋਬਾਰਾਂ ਵਿੱਚ ਗੁਰੂ ਸਾਹਿਬ ਦੀ ਕਥਾ ਸੁਣ ਕੇ ਹੀ ਬਰਕਤਾਂ ਪੈ ਜਾਂਦੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹ ਕਥਾ ਦਾ ਮਹਾਤਮ ਹੈ। ਪਰ ਉਪਕਾਰ ਕੀਓ ਜਗ ਪਰ ਤੁਮ, ਭਾਈ ਬਾਲਾ ਜੀ ਇਹ ਤੁਹਾਡਾ ਪਰਉਪਕਾਰ ਹੈ ਜਗਤ ਤੇ ਕਿ ਤੁਸੀਂ ਗੁਰੂ ਸਾਹਿਬ ਦੀ ਕਥਾ ਸੁਣਾਈ ਹੈ। ਇਹ ਤੁਹਾਡਾ ਬੜਾ ਵੱਡਾ ਭਾਰੀ ਪਰਉਪਕਾਰ ਹੈ। ਮਹਿਮਾ ਅਪਰ ਨ ਕੋ ਇਸ ਕੇ ਸਮ, ਇਸ ਕਥਾ ਦੀ ਮਹਿਮਾ ਦੇ ਸਮਾਨ ਹੋਰ ਕੋਈ ਮਹਿਮਾ ਨਹੀਂ। ਇਹਦੇ ਸਮਾਨ ਕੁਝ ਹੋਰ ਨਹੀਂ ਹੈ। ਸੁਨੇ ਪੜੈ ਹਿਤ ਕਰ ਪੁਨ ਸੁਨੇ, ਕਹਿੰਦੇ ਇਸ ਕਥਾ ਨੂੰ ਸੁਣਦੇ ਹਨ ਪ੍ਰੇਮੀ, ਪੜ੍ਹਦੇ ਹਨ, ਤੇ ਇੱਕ ਵਾਰੀ ਪੜ੍ਹ ਕੇ ਇੱਕ ਵਾਰੀ ਸੁਣ ਕੇ ਥੋੜੀ ਵੀ ਕਹਿੰਦੇ ਆ ਵੀ ਹੁਣ ਮਨ ਰੱਜ ਗਿਆ। ਕਹਿੰਦੇ ਦੁਬਾਰਾ ਫੇਰ ਪੜ੍ਹਦੇ, ਫੇਰ ਸੁਣਦੇ। ਆਪਣੇ ਸਾਹਿਬ ਦੀ ਕਥਾ ਬਾਰ-ਬਾਰ ਪੜ੍ਹਦੇ, ਬਾਰ-ਬਾਰ ਸੁਣਦੇ। ਗੁਰੂ ਖਾਲਸਾ ਜੀ ਜਿੰਨੀ ਵਾਰ ਸੁਣਦੇ ਓਨਾ ਹੀ ਪ੍ਰੇਮ ਗੁਰੂ ਸਾਹਿਬ ਜੀ ਪ੍ਰਤੀ ਜਾਗਦਾ। ਇਹ ਕਥਾ ਸੁਣ ਕੇ ਕਿਸੇ ਦਾ ਮਨ ਨਹੀਂ ਜੇ ਅੱਕਦਾ। ਜਿਹਦਾ ਮਨ ਅੱਕ ਜੇ ਸਮਝ ਲਓ ਉਹ ਗੁਰੂ ਦਾ ਪਿਆਰਾ ਨਹੀਂ, ਉਹਦੇ ਅੰਦਰ ਗੁਰੂ ਦੀ ਪ੍ਰੀਤ ਨਹੀਂ। ਜਿਹਦੇ ਅੰਦਰ ਗੁਰੂ ਦਾ ਪ੍ਰੇਮ ਹੋਵੇ ਉਹ ਤਾਂ ਕਿਸੇ ਦੇ ਮੁਖੋਂ ਗੁਰੂ ਸਾਹਿਬ ਦਾ ਨਾਂ ਸੁਣ ਲੈ ਤੇ ਨਾਮ ਸੁਣ ਕੇ ਹੁਣ ਲੋਟ ਪੋਟ ਹੋਏ ਪਈਆ ਵਾਲੀ ਅਵਸਥਾ ਉਹਦੀ ਹੋ ਜਾਂਦੀ ਹੈ। ਕਹਿੰਦੇ ਇਸ ਕਥਾ ਨੂੰ ਗੁਰਮੁਖ ਜਗਿਆਸੂ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਿਚਾਰਦੇ ਹਨ। ਕਲੁਕ ਵਿਪੁਲ ਬਿਲਾ ਕੈ ਪਰਾਈ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਸਾਰੇ ਕਲੁਖ ਜਿਤਨੇ ਕਲਯੁਗ ਦੇ ਪਾਪ ਨੇ ਉਹ ਸਾਰੇ ਪਾਪ ਇਸ ਕਥਾ ਦੁਆਰਾ ਕੱਟੇ ਜਾਂਦੇ ਹਨ। ਉਹਨਾਂ ਦੇ ਸਾਰੇ ਪਾਪਾਂ ਦੀ ਨਿਵਰਤੀ ਹੋ ਜਾਂਦੀ ਹੈ। ਜਿਹੜਾ ਗੁਰੂ ਬਾਬਾ ਜੀ ਦੀ ਇਸ ਅੰਮ੍ਰਿਤਮਈ ਕਥਾ ਨੂੰ ਸੁਣ, ਹਰ ਕਥਾ ਉਤਾਰੀ ਮੈਲ, ਇਸ ਹਰੀ ਕਥਾ ਨੂੰ ਸੁਣ ਕੇ ਹਿਰਦੇ ਦੀ ਮੈਲ ਉਤਰਦੀ ਹੈ, ਅੰਤਸ਼ਕਰਨ ਦੀ ਸ਼ੁੱਧੀ ਹੁੰਦੀ ਹੈ। ਨਿਸ਼ਚਾ ਤਰੇ ਸ਼ਾਂਤ ਹੋਵੇ ਆਹੀ, ਔਰ ਉਹਨਾਂ ਦੇ ਮਨਾਂ ਵਿੱਚ ਜਿਹੜੇ ਇਸ ਕਥਾ ਨੂੰ ਸੁਣਦੇ ਨੇ ਉਹਨਾਂ ਦੇ ਮਨਾਂ ਵਿੱਚ ਗੁਰੂ ਸਾਹਿਬ ਜੀ ਪ੍ਰਤੀ ਪਰਪੱਕ ਨਿਸ਼ਚਾ ਤੇ ਸ਼ਰਧਾ ਬਣ ਜਾਂਦੀ ਹੈ। ਪਰਪੱਕ ਨਿਸ਼ਚਾ ਔਰ ਸ਼ਰਧਾ ਆਪਣੇ ਹਿਰਦੇ ਤੇ ਉਹਨਾਂ ਸਾਹਿਬ ਜੀ ਪ੍ਰਤੀ ਸ਼ਰਧਾ ਵੱਧਦੀ ਹੈ। ਔਰ ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸਿੱਖ ਸ਼ਰਧਾ ਰੱਖਦੇ ਨੇ
ਤਾਂ ਬਦਲੇ ਵਿੱਚ ਗੁਰੂ ਨਾਨਕ ਸਾਹਿਬ ਕੋਲੋਂ ਉਹਨਾਂ ਸਿੱਖਾਂ ਨੂੰ ਮੁਕਤੀ ਦਾ ਫਲ ਪ੍ਰਾਪਤ ਹੁੰਦਾ ਹੈ, ਮੁਕਤੀ ਦਾ ਮਹਾਦਾਨ ਪ੍ਰਾਪਤ ਹੁੰਦਾ ਹੈ। ਪੁਨ ਬਾਲੇ ਬੰਦੇ ਦ્વੈ ਹਾਥਾ। ਗੁਰੂ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਦੇ ਅੰਮ੍ਰਿਤ ਬਚਨ ਸੁਣ ਕੇ ਭਾਈ ਬਾਲਾ ਜੀ ਨੇ ਆਪਣੇ ਦੋਵੇਂ ਹੱਥ ਜੋੜੇ, ਬੋਲਿਓ ਬਚਨ ਸੁਣੋ ਮਮ ਨਾਥਾ। ਬੋਲੇ, ਹੇ ਮੇਰੇ ਨਾਥ, ਹੇ ਮੇਰੇ ਸੁਆਮੀ, ਹੁਣ ਮੇਰੀ ਬੇਨਤੀ ਸੁਣੋ। ਪਇਓ ਹਦੂਰ ਜਿਤੋ ਇਤਿਹਾਸਾ। ਮੇਰੀਆਂ ਅੱਖਾਂ ਦੇ ਸਾਹਮਣੇ ਜੋ ਮੈਂ ਵੇਖਿਆ, ਜੋ ਮੈਂ ਗੁਰੂ ਸਾਹਿਬ ਨਾਲ ਵਿਚਰ ਕੇ ਤੱਕਿਆ, ਹਾਂਜੀ, ਸੋ ਵਰਣਨ ਕੀਨੋ ਤੁਧ ਪਾਸਾ। ਉਹ ਮੈਂ ਆਪ ਜੀ ਦੇ ਪਾਸ ਵਰਣਨ ਕੀਤਾ, ਜੋ ਮੈਂ ਵੇਖਿਆ ਉਹਨਾਂ ਦੇ ਨਾਲ ਰਹਿ ਕੇ, ਜਿੰਨੀ ਕੁ ਸੁਰਤ ਮਹਾਰਾਜ ਜੀ ਨੇ ਮੈਨੂੰ ਬਖਸ਼ੀ, ਉਹਦੇ ਮੁਤਾਬਕ ਮੈਂ ਆਪ ਜੀ ਦੇ ਚਰਨਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਵਰਣਨ ਕੀਤਾ ਹੈ। ਇਸੇ ਆਗੇ ਸੁਧ ਮੋਏ ਨ ਕੋ। ਜਦੋਂ ਮੈਂ ਗੁਰੂ ਸਾਹਿਬ ਕੋਲੋਂ ਚਲਾ ਗਿਆ, ਉਸ ਤੋਂ ਅਗਲੀ ਸੁਧ ਮੈਨੂੰ ਨਹੀਂ ਪਤਾ ਵੀ ਕਰਤਾਰਪੁਰ ਸਾਹਿਬ ਚ ਬਾਅਦ ਚ ਕੀ ਹੋਇਆ। ਹਾਂਜੀ, ਰਾਵਰ ਸਰਵ ਜਾਣ ਹੈ ਸੋ। ਉਹ ਅੱਗੋਂ ਤੁਸੀਂ ਜਾਣਦੇ ਹੋ, ਕਿਉਂਕਿ ਤੁਸੀਂ ਗੁਰੂ ਸਾਹਿਬ ਦੇ ਕੋਲ ਜਦੋਂ ਭਾਈ ਬਾਲਾ ਜੀ ਗਏ ਨੇ, ਉਸੇ ਸਮੇਂ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦੀ ਸ਼ਰਨ ਆਏ ਨੇ ਕਰਤਾਰਪੁਰ ਸਾਹਿਬ। ਕਹਿੰਦੇ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੋਇਆ ਕਿ ਕਿਵੇਂ ਗੁਰੂ ਸਾਹਿਬ ਨੇ ਉੱਥੇ ਤੁਹਾਡੇ ਅੱਖਾਂ ਦੇ ਸਾਹਮਣੇ ਕੌਤਕ ਕੀਤੇ ਨੇ। ਕਰਤਾਰਪੁਰ ਸਾਹਿਬ ਜਿਵੇਂ ਜੋਤੀ ਜੋਤ ਸਮਾਏ ਨੇ, ਉਹ ਪ੍ਰਸੰਗ ਮਹਾਰਾਜ ਜੀ ਤੁਸੀਂ ਹੋ ਜਾਣਦੇ ਹੋ। ਜਰਾ ਗਰਸੀ ਅਬ ਕਾਇਆ ਮੇਰੀ। ਇਹ ਪਾਤਸ਼ਾਹ, ਮੇਰੀ ਹੁਣ ਇਸ ਕਾਇਆ ਨੂੰ ਬੁਢੇਪੇ ਨੇ ਗਰਸ ਲਿਆ। ਜਰਾ ਨਾਮ ਹੁੰਦਾ ਬੁਢੇਪੇ ਦਾ। ਬਹੁਤ ਦੀਰਘਾਯੂ ਭਾਈ ਬਾਲਾ ਜੀ ਦੀ ਹੋ ਚੁੱਕੀ ਸੀ। ਮਹਾਰਾਜ ਮੇਰੀ ਇਸ ਕਾਇਆ ਨੂੰ ਹੁਣ ਬੁਢੇਪੇ ਨੇ ਗਰਸ ਲਿਆ ਹੈ। ਲਖੋ ਆਰਬਲ ਭਈ ਬਡੇਰੀ। ਮਹਾਰਾਜ ਮੇਰੀ ਹੁਣ ਆਰਬਲਾ ਵਡੇਰੀ ਹੋ ਗਈ ਹੈ। ਇਹ ਅਬ ਛੁਟੈ ਬਚਨ ਨਿਜ ਕਰੀਏ। ਮਹਾਰਾਜ ਹੁਣ ਬਚਨ ਕਰੋ, ਹੁਣ ਇਹ ਦੇਹ ਦਾ ਪਰਦਾ ਛੁੱਟ ਜਾਏ ਤੇ ਮੈਂ ਤੁਹਾਡੇ ਵਿਰਾਟ ਰੂਪ ਵਿੱਚ ਅਭੇਦ ਹੋ ਜਾਵਾਂ। ਆਹ ਸਰੀਰ ਦਾ ਪਰਦਾ ਹੁਣ ਟੁੱਟ ਜਾਏ ਮਹਾਰਾਜ, ਇਹ ਦੇਹ ਹੁਣ ਛੁੱਟ ਜਾਏ, ਬੁੱਢਾ ਹੋ ਗਿਆ, ਆਪ ਜੀ ਕਿਰਪਾ ਕਰੋ। ਜਗ ਸਾਗਰ ਤੇ ਮੋਏ ਉਧਰੀਏ। ਸੰਸਾਰ ਦੇ ਅਥਾਹ ਸਮੁੰਦਰ ਤੋਂ ਆਪ ਜੀ ਕਿਰਪਾ ਕਰਕੇ ਮੈਨੂੰ ਉਭਾਰ ਲਵੋ। ਸ਼੍ਰੀ ਅੰਗਦ ਸੁਨ ਕੇ ਮੁਸਕਾਨੇ। ਸੁਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਮੁਸਕਰਾਏ। ਕਿਉਂ ਅਸ ਆਪ ਉਤਾਇਲ ਠਾਨੇ। ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਇੰਨੀ ਕਾਹਲੀ ਕਿਉਂ ਕਰਦੇ ਹੋ, ਇਤਨੇ ਉਤਾਵਲੇ ਕਿਉਂ ਹੁੰਦੇ ਹੋ। ਅਬ ਦ્વੈ ਮਾਸ ਬੈਸ ਹੈ ਤੇਰੀ। ਭਾਈ ਬਾਲਾ ਜੀ 2 ਮਹੀਨੇ ਤੁਹਾਡੀ ਆਯੂ ਇਸ ਸਰੀਰ ਦੀ ਹਾਲੇ ਬਾਕੀ ਹੈ। 2 ਮਾਹ ਯਾਨੀ ਕਿ 2 ਮਹੀਨੇ, 2 ਮਹੀਨੇ ਤੁਹਾਡੀ ਇਸ ਸਰੀਰ ਦੀ ਪਰਾਲਬਧ ਬਾਕੀ ਹੈ। ਪੁਨ ਸਰੀਰ ਹੈ ਭਸਮ ਸੁਟੇਰੀ। ਤੇਰੇ ਸਰੀਰ ਤਾਂ ਮਿਟਣਾ ਹੈ, ਇਹਨੇ ਤਾਂ ਭਸਮ ਦੀ ਢੇਰੀ ਹੋਣਾ ਹੀ ਹੈ। ਤਬ ਲਗ ਹਮ ਟਿਗ ਰਹੋ ਹਿਤ ਸਾਥਾ। ਭਾਈ ਬਾਲਾ ਜੀ ਉਦੋਂ ਤੱਕ ਤੁਸੀਂ ਪ੍ਰੇਮ ਨਾਲ ਸਾਡੇ ਕੋਲ ਹੀ ਰਹੋ। ਪਾਤਸ਼ਾਹ ਕਹਿੰਦੇ 2 ਮਹੀਨੇ ਆਯੂ ਤੁਹਾਡੀ ਬਾਕੀ ਹੈ, ਓਨੀ ਦੇਰ ਤੁਸੀਂ ਸਾਡੇ ਕੋਲ ਹੀ ਰਹੋ ਤੇ ਸਾਡੇ ਕੋਲ ਰਹਿ ਕੇ ਸਾਨੂੰ ਗੁਰੂ ਬਾਬੇ ਦੀਆਂ ਬਾਤਾਂ ਸੁਣਾਇਆ ਕਰੋ, ਗੁਰੂ ਨਾਨਕ ਸਾਹਿਬ ਦੀ ਕਥਾ ਸੁਣਾਇਆ ਕਰੋ। ਹਾਂਜੀ, ਪਰਚੋ ਸੁਨੋ ਕਰੋ ਗੁਰ ਗਾਥਾ। ਗੁਰੂ ਸਾਹਿਬ ਦੀ ਕਥਾ ਕਹੋ, ਜੋ ਅਸੀਂ ਉਹਨਾਂ ਦੇ ਦਰਸ਼ਨ ਕਰਕੇ ਵੇਖਿਆ ਵਾ, ਅਸੀਂ ਕਹਿੰਦੇ ਹਾਂ ਜੋ ਤੁਸੀਂ ਵੇਖਿਆ ਤੁਸੀਂ ਕਹੋ। 2 ਮਹੀਨੇ ਇੱਥੇ ਪਰਚੇ ਰਹੋ, ਲੱਗੇ ਰਹੋ। ਸੁਨ ਕੇ ਹਰਕਤ ਹੋਏ ਕਰ ਬਾਲਾ। ਸੁਣ ਕੇ ਭਾਈ ਬਾਲਾ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਰਿਓ ਸਮੀਪ ਸੁਖਦ ਤੈ ਕਾਲਾ। ਆਖਿਆ ਮਹਾਰਾਜ 7 ਵਚਨ ਕੇਵਲ 2 ਮਹੀਨੇ ਬਾਕੀ ਨੇ, ਬਸ ਫਿਰ ਤਾਂ ਮਹਾਰਾਜ ਇਹ ਸਰੀਰ ਛੁੱਟਣ ਤੋਂ ਬਾਅਦ ਆਪ ਦੇ ਮਹਾ ਸਵਰੂਪ ਵਿੱਚ ਅਭੇਦ ਹੋਣਾ ਹੈ। ਇਹ ਤਾਂ ਬੜੀ ਖੁਸ਼ੀ ਹੈ। ਏਦਾਂ ਬੜੇ ਚਾਅ ਨਾਲ ਭਾਈ ਬਾਲਾ ਜੀ ਸਤਿਗੁਰਾਂ ਦੇ ਕੋਲ ਰਹਿਣ ਲੱਗੇ। ਕਹੇ ਸੁਨੇ ਗੁਰ ਕੇ ਗੁਣ ਔਰੀ। ਰੋਜ਼ ਗੁਰੂ ਸਾਹਿਬ ਦੇ ਬਚਨ ਕਹਿੰਦੇ ਸੁਣਦੇ। ਭਾਈ ਬਾਲਾ ਜੀ ਮਹਾਰਾਜ ਜੀ ਦੇ ਗੁਣ ਸੁਣਾਉਂਦੇ, ਗੁਰੂ ਅੰਗਦ ਸਾਹਿਬ ਜੀ ਕਥਾ ਸੁਣਾਉਂਦੇ,
ਬਾਬਾ ਬੁੱਢਾ ਸਾਹਿਬ ਜੀ ਵੀ ਉੱਥੇ ਹੀ ਸਨ। ਉਹਨਾਂ ਨੇ ਵੀ ਬਹੁਤ ਸਾਰੇ ਬਚਨ ਗੁਰੂ ਨਾਨਕ ਸਾਹਿਬ ਦੇ ਸੁਣਾਉਣੇ। ਇਸ ਤਰ੍ਹਾਂ ਬੜੇ ਬੜੇ ਨਾਮ ਰਸੀਏ ਗੁਰਸਿੱਖ ਬੈਠੇ ਸੁਣਦੇ ਹਨ। ਦੋਏ ਮਾਸ ਜਬ ਬਿਤੇ ਬਹੋਰੀ। ਇਸੇ ਤਰ੍ਹਾਂ ਖਾਲਸਾ ਜੀ ਸਮਾਂ ਬੀਤਦਿਆਂ ਕਿਹੜਾ ਪਤਾ ਲੱਗਦਾ ਹੈ। 2 ਮਹੀਨੇ ਕਿਹੜੇ ਵੇਲੇ ਬੀਤ ਗਏ ਪਤਾ ਨਹੀਂ ਲੱਗਾ। ਪਰਾ ਲਬਦ ਭੋਗੀ ਨਿਜ ਜਬਈ। ਭਾਈ ਬਾਲਾ ਜੀ ਦੇ ਸਰੀਰ ਦੀ ਜਿਹੜੀ ਪਰਾ ਲਬਦ ਸੀ, ਉਹ ਪਰਾ ਲਬਦ ਭਾਈ ਬਾਲਾ ਜੀ ਨੇ ਭੋਗ ਲਈ। ਆਇਓ ਸਮਾ ਤਨ ਬਿਨਸਨ ਤਬਈ। ਸਮਝ ਗਏ ਕਿ ਹੁਣ ਇਸ ਤਨ ਦੇ ਬਿਨਸਣ ਦਾ, ਇਸ ਸਰੀਰ ਨੂੰ ਛੱਡਣ ਦਾ ਸਮਾਂ ਆ ਗਿਆ ਹੈ। ਸ਼੍ਰੀ ਅੰਗਦ ਕੋ ਕਰ ਕੇ ਬੰਦਨ। ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਤੇ ਬੰਦਨਾ ਕੀਤੀ। ਮੋਰ ਧਿਆਨ ਤਰ ਦੋਖ ਨਿਕੰਦਨ। ਦੁੱਖਾਂ ਦਾ ਨਾਸ਼ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਭਾਈ ਬਾਲਾ ਜੀ ਨੇ ਆਪਣੇ ਮਸਤਕ ਵਿੱਚ ਆਗਿਆ ਚੱਕਰ ਵਿੱਚ ਧਾਰਨ ਕੀਤਾ। ਧਰਨੀ ਕੋ ਪੁਨੀਤ ਕਰਵਾਏ। ਔਰ ਜਿੱਥੇ ਸਰੀਰ ਤਿਆਗਣਾ ਸੀ ਉਸ ਜਗ੍ਹਾ ਤੇ ਆ ਗਏ। ਧਰਤੀ ਪੁਨੀਤ ਕਹੀਏ ਸਾਫ ਸਫਾਈ ਕਰਵਾਈ। ਪੋੜਿਓ ਸ਼੍ਰੀ ਨਾਨਕ ਉਰ ਧਿਆਏ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਕੇ ਭਾਈ ਸਾਹਿਬ ਭਾਈ ਬਾਲਾ ਜੀ ਲੇਟ ਗਏ ਜਪਜੀ ਸਾਹਿਬ ਦਾ ਪਾਠ ਕਰਕੇ। ਤਨਕ ਬਿਕੇ ਨਿਜ ਤਨ ਕੋ ਤਿਆਗੀ। ਖਾਲਸਾ ਜੀ ਕੜਕ ਦੇ ਕੇ ਸਵਾਸ ਦਸਮ ਦਵਾਰ ਚੋਂ ਬ੍ਰਹਮ ਰੰਧਰ ਚੋਂ ਬਾਹਰ ਕੱਢੇ ਹਨ। ਕੜਕ ਦੇ ਕੇ ਬਸ ਇਤਨਾ ਹੀ ਸਮਾਂ ਲੱਗਾ। ਕਹਿੰਦੇ ਇੱਕ ਤਨਕ ਮਾਤਰ ਦੇ ਸਮੇਂ ਵਿੱਚ ਬ੍ਰਹਮ ਰੰਧਰ ਦੁਆਰਾ ਆਪਣੇ ਸਵਾਸ ਬਾਹਰ ਕੱਢ ਕੇ ਬ੍ਰਹਮ ਗਿਆਨੀ ਧੰਨ ਭਾਈ ਬਾਲਾ ਜੀ ਨੇ ਆਪਣਾ 5 ਭੌਤਿਕ ਸਰੀਰ ਤਿਆਗਿਆ ਹੈ। ਪਹੁੰਚਿਓ ਪਰਮ ਪਦੰ ਵੱਡ ਭਾਗੀ। ਔਰ ਪਰਮ ਪਦਮ ਅਵਸਥਾ ਜੋ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ, ਉਸ ਅਵਸਥਾ ਵਿੱਚ ਭਾਈ ਬਾਲਾ ਜੀ ਜਾ ਪਹੁੰਚੇ। ਯਾਨੀ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕੇ ਅਭੇਦ ਹੋ ਗਏ। ਸ਼੍ਰੀ ਅੰਗਦ ਮੈਂ ਜੋਤ ਸਮਾਨੀ। ਜਿਉ ਪਾਣੀ ਮੈਂ ਮਿਲ ਹੈ ਪਾਣੀ। ਕਹਿੰਦੇ ਜਿਵੇਂ ਪਾਣੀ ਵਿੱਚ ਪਾਣੀ ਮਿਲਦਾ, ਇਉਂ ਭਾਈ ਬਾਲਾ ਜੀ ਦੀ ਜੋਤ ਗੁਰੂ ਅੰਗਦ ਦੇਵ ਸਾਹਿਬ ਵਿੱਚ ਮਿਲ ਕੇ ਅਭੇਦ ਹੋ ਗਈ ਹੈ। ਜਿਵੇਂ ਪੰਜਵੇਂ ਪਾਤਸ਼ਾਹ ਦੇ ਬਚਨ ਨੇ, ਜਿਉਂ ਜਲ ਮਹਿ ਜਲ ਆਹੇ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਉਂ ਅਵਸਥਾ ਨੂੰ ਭਾਈ ਬਾਲਾ ਜੀ ਪ੍ਰਾਪਤ ਹੋਏ। ਗੁਰੂ ਅੰਗਦ ਦੇਵ ਸਾਹਿਬ ਦੇ ਸਰੂਪ ਵਿੱਚ ਅਭੇਦ ਹੋ ਗਏ। ਖਾਲਸਾ ਜੀ ਜਿਵੇਂ ਘੜੇ 'ਚ ਆਕਾਸ਼ ਹੁੰਦਾ ਹੈ, ਘੜਾ ਤੋੜ ਦਿਓ, ਘੜੇ ਦੇ ਵਿਚਲਾ ਆਕਾਸ਼ ਕਿੱਥੇ ਜਾਂਦਾ ਹੈ? ਉਹ ਭਲਾ ਮਰ ਜਾਂਦਾ ਜਾਂ ਬਿਨਸ ਜਾਂਦਾ? ਨਹੀਂ, ਘੜੇ ਦੇ ਅੰਦਰਲਾ ਉਹ ਆਕਾਸ਼ ਮਹਾ ਆਕਾਸ਼ ਵਿੱਚ ਵਿਲੀਨ ਹੋ ਜਾਂਦਾ ਹੈ। ਇਉਂ ਭਾਈ ਬਾਲਾ ਜੀ ਦਾ ਸਰੀਰ ਘੜੇ ਵਾਂਗੂ ਸਮਝ ਲਓ, ਉਹਨਾਂ ਦੀ ਆਤਮਾ ਵਿੱਚ ਆਕਾਸ਼ ਵਾਂਗੂ ਸੀ। ਇਸ ਸਰੀਰ ਦੇ ਬਿਨਸਦਿਆਂ ਆਤਮਾ ਰੂਪੀ ਆਕਾਸ਼ ਮਹਾ ਆਕਾਸ਼ ਰੂਪੀ ਗੁਰੂ ਅੰਗਦ ਦੇਵ ਸਾਹਿਬ ਦੇ ਸਰੂਪ ਵਿੱਚ ਅਭੇਦ ਹੋ ਗਿਆ। ਤੈ ਚਿਨ ਸ਼੍ਰੀ ਤੇਹਣ ਕੁਲ ਰਾਈ। ਉਸ ਵਕਤ ਤ੍ਰੇਹਣ ਕੁਲ ਰਾਈ ਯਾਨੀ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਹਿ ਕਹਿ ਭਲੀ ਚਿਤਾ ਕਰਵਾਈ। ਖਾਲਸਾ ਜੀ ਖਡੂਰ ਸਾਹਿਬ ਦੇ ਨੇੜੇ ਮਹਾਰਾਜ ਜੀ ਦਾ ਸਥਾਨ ਹੈ ਗੁਰਦੁਆਰਾ ਤਪਿਆਣਾ ਸਾਹਿਬ। ਉੱਥੇ ਭਾਈ ਬਾਲਾ ਜੀ ਦੀ ਸਮਾਧੀ ਅੱਜ ਵੀ ਹੈ। ਭਾਈ ਸਾਹਿਬ ਭਾਈ ਬਾਲਾ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਮਹਾਰਾਜ ਜੀ ਨੇ ਉਸ ਜਗ੍ਹਾ ਤੇ ਕਰਵਾਇਆ। ਚਿਖਾ ਤਿਆਰ ਕਰਵਾਈ। ਸਿੱਖਨ ਤੇ ਤਨ ਕੋ ਉਚਵਾਏ। ਔਰ ਗੁਰੂ ਕੇ ਸਿੱਖਾਂ ਪਾਸੋਂ ਭਾਈ ਬਾਲਾ ਜੀ ਦਾ ਪਾਵਨ ਸਰੀਰ ਚੁਕਵਾਇਆ ਯਾਨੀ ਕਿ ਵਿਮਾਨ ਤੇ ਸਵਾਰ ਕੀਤਾ। ਰਾਖਿਓ ਉਪਰ ਤਾਹੇ ਬਣਾਏ। ਚਿਖਾ ਬਣਾ ਕੇ ਉਸ ਚਿਖਾ ਤੇ ਭਾਈ ਬਾਲਾ ਜੀ ਦਾ ਪਾਵਨ ਸਰੀਰ ਟਿਕਾਇਆ ਹੈ। ਬੋਹਰੋ ਆਪ ਨਿਕਟ ਚੱਲ ਆਏ। ਗੁਰੂ ਅੰਗਦ ਸਾਹਿਬ ਜੀ ਚਿਖਾ ਦੇ ਪਾਸ ਆਪ ਚੱਲ ਕੇ ਆਏ। ਅਗਨੀ ਕੋ ਹਾਥ ਉਚਾਏ। ਘਾਹ ਦਾ ਜਿਹੜਾ ਪੁਲਾ ਜਿਹਨੂੰ ਅੱਗ ਲਾਈ ਹੁੰਦੀ ਹੈ ਚਿਖਾ ਨੂੰ ਲਾਉਣ ਵਾਸਤੇ, ਉਹ ਗੁਰੂ ਸਾਹਿਬ ਜੀ ਨੇ ਆਪ ਆਪਣੇ ਹੱਥਾਂ 'ਚ ਪਕੜਿਆ। ਪਾਤਸ਼ਾਹ ਆਪ ਆਪਣੇ ਹੱਥੀਂ ਆਪਣੇ ਪਿਆਰੇ ਦੀ ਦੇਹ ਦਾ
ਅੰਤਮ ਸੰਸਕਾਰ ਕਰਨ ਵਾਸਤੇ ਆਏ ਹਨ। ਤਬ ਸਿੱਖ ਬਰਜ ਰਹੇ ਬਹੁ ਬਾਰੀ। ਸਿੱਖਾਂ ਨੇ ਆਖਿਆ ਮਹਾਰਾਜ ਜੀ ਤੁਸੀਂ ਵੱਡੇ ਸਾਹਿਬ ਹੋ, ਇਹ ਸੇਵਾ ਸਿੱਖ ਕਰ ਲੈਂਦੇ ਆ। ਸਿੱਖਾਂ ਨੇ ਵਰਜਿਆ ਮਹਾਰਾਜ ਜੀ ਨੂੰ ਅਗਨੀ ਲਾਣ ਤੋਂ। ਨਿਜ ਕਰ ਸੰਗ ਦਾਓ ਦੇ ਜਾਰੀ। ਪਰ ਸਤਿਗੁਰੂ ਜੀ ਨੇ ਆਖਿਆ ਭਾਈ ਇਹ ਸਾਡੇ ਪਿਆਰੇ ਨੇ, ਸਾਡੇ ਪਿਆਰੇ ਦੇ ਪਿਆਰੇ ਹਨ। ਸਾਡੇ ਪਿਆਰੇ ਦੇ ਪਾਵਨ ਤਨ ਦਾ ਸੰਸਕਾਰ ਅਸੀਂ ਆਪ ਹੱਥੀਂ ਕਰਨਾ ਹੈ। ਮਹਾਰਾਜ ਜੀ ਨੇ ਆਪ ਅਗਨ ਭੇਟ ਕੀਤੀ ਭਾਈ ਬਾਲਾ ਜੀ ਦੇ ਪਾਵਨ ਸਰੀਰ ਦੇ ਅੰਗੀਠੇ ਨੂੰ। ਜੇ ਸਤਿਗੁਰ ਕੋ ਸੇਵਕ ਪਿਆਰੇ। ਲੱਗੇ ਮੇਰੇ ਸਤਿਗੁਰਾਂ ਦੇ ਪਿਆਰੇ ਸੇਵਕ ਨੇ ਭਾਈ ਬਾਲਾ ਜੀ। ਇਹ ਉਹ ਮਹਾਨ ਹਸਤੀ ਹਨ ਜਿਨ੍ਹਾਂ ਆਪਣੇ ਜੀਵਨ ਦਾ ਤਕਰੀਬਨ ਸਾਰਾ ਸਮਾਂ ਗੁਰੂ ਨਾਨਕ ਸਾਹਿਬ ਦੀ ਸੇਵਾ ਵਿੱਚ, ਉਹਨਾਂ ਦੀ ਸੰਗਤ ਵਿੱਚ ਬਤੀਤ ਕੀਤਾ ਹੈ। ਅਪਰ ਨ ਕਿਛ ਗਿਣਤੀ ਉਰ ਤਾਰੇ। ਮਹਾਰਾਜ ਜੀ ਆਖਿਆ ਕਿਸੇ ਨੇ ਕੋਈ ਕਿਸੇ ਪ੍ਰਕਾਰ ਦੀ ਮਨ ਚ ਗਿਣਤੀ ਮਿਹਨਤੀ ਨਹੀਂ ਕਰਨੀ। ਇਹ ਸਾਡੇ ਸਾਹਿਬ ਦੇ ਪਿਆਰੇ ਸੇਵਕ ਹਨ। ਪੈਸੇ ਬੌਰ ਸਰਬ ਸਿੱਖ ਮਾਈ। ਸੰਸਕਾਰ ਕਰਨ ਤੋਂ ਬਾਅਦ ਮਹਾਰਾਜ ਜੀ ਜਿੱਥੇ ਸਾਰੇ ਸਿੱਖ ਬੈਠੇ ਸਨ ਉਹਨਾਂ ਵਿੱਚ ਆ ਕੇ ਗੁਰੂ ਅੰਗਦ ਸਾਹਿਬ ਜੀ ਸਜ ਗਏ। ਬਾਲੇ ਕੀ ਉਸਤਤ ਬਹੁ ਪ੍ਰਾਈ। ਮਹਾਰਾਜ ਜੀ ਨੇ ਭਾਈ ਬਾਲਾ ਜੀ ਦੀਆਂ ਬੜੀਆਂ ਸਿਫਤਾਂ ਕੀਤੀਆਂ। ਭਾਈ ਬਾਲੇ ਦੀ ਬੜੀ ਵਡਿਆਈ ਸਤਿਗੁਰਾਂ ਨੇ ਕੀਤੀ। ਤਨ ਤਨ ਸਭ ਹੀ ਨਰ ਕਹਿਹੀ। ਸ਼੍ਰੀ ਨਾਨਕ ਹਿਤਕਾਰੀ ਐਹੀ। ਜਿੰਨੇ ਸਿੱਖ ਬੈਠੇ, ਜਿੰਨੀ ਸੰਗਤ ਬੈਠੀ, ਸਭ ਕਹਿ ਰਹੇ ਨੇ ਧੰਨ ਭਾਈ ਬਾਲਾ ਜੀ, ਧੰਨ ਭਾਈ ਬਾਲਾ ਜੀ, ਧੰਨ ਭਾਈ ਬਾਲਾ ਜੀ। ਕਿਹੜੇ ਗੁਰੂ ਸਾਹਿਬ ਜੀ ਦੇ ਹਿਤਕਾਰੀ ਸੇਵਕ ਹਨ ਜਿਨ੍ਹਾਂ ਆਪਣਾ ਸਾਰਾ ਜੀਵਨ ਸਫਲਾ ਕੀਤਾ ਹੈ। ਦੋਹਰਾ ਸਾਰਸੁਤੀ ਸਿਮਰਨ ਉਦਤ ਕਵਤਾ ਪ੍ਰਦ ਜਿਉ ਇੰਦ। ਮਹਾਕਵੀ ਜੀ ਅਗਲਾ ਅਧਿਆਇ ਆਰੰਭ ਰਹੇ ਨੇ ਤੇ ਮੰਗਲ ਕਰਦੇ ਹਨ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਜੋ ਬਾਣੀ ਨੂੰ ਚੇਤਨਾ ਦਿੰਦੀ ਹੈ, ਉਸ ਚੇਤਨਾ ਨੂੰ ਯਾਦ ਕਰਦੇ। ਕਹਿੰਦੇ ਉਹਦਾ ਜਿਹੜਾ ਸਿਮਰਨ ਹੈ ਉਹ ਮਾਨੋ ਕਵਿਤਾ ਦਾ ਸਮੁੰਦਰ ਹੈ, ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਾਨੋ ਚੰਦਰਮਾ ਹੈ, ਉਹ ਦਾਤਾ ਹੈ। ਬਿਗਸਤ ਸ਼ਰੋਤਾ ਕੁਮਦ ਸੁਨ ਕੋਕ ਬਿਮੁਖ ਦੁਖ ਦੁੰਦ। ਔਰ ਜਿਹੜੇ ਸਰੋਤੇ ਨੇ ਉਹ ਕਮੋਦ ਵਾਂਗੂ ਚੰਦਰਮਾ ਨੂੰ ਵੇਖ ਕੇ ਖੁਸ਼ ਹੁੰਦੇ ਹਨ, ਔਰ ਜਿਹੜੇ ਬੇਮੁਖ ਨੇ ਉਹ ਚੱਕਵਿਆਂ ਦੇ ਸਮਾਨ ਦੁਖੀ ਹੁੰਦੇ ਹਨ। ਚੋਪਈ ਅਬ ਸ਼੍ਰੀ ਅੰਗਦ ਕੀ ਸੁਨ ਕਥਾ। ਭਾਈ ਹੁਣ ਤੁਸੀਂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸੁਣੋ। ਕਿਉਂਕਿ ਹੁਣ ਗੁਰੂ ਅੰਗਦ ਸਾਹਿਬ ਜਿਵੇਂ ਸ਼ਰਨ ਚ ਆਏ ਨੇ ਗੁਰੂ ਨਾਨਕ ਸਾਹਿਬ ਦੀ, ਜਿਵੇਂ ਉਹ ਗੁਰੂ ਸਾਹਿਬ ਤੋਂ ਪਾਤਸ਼ਾਹ ਦੀ ਸ਼ਰਨ ਆਉਣ ਤੋਂ ਪਹਿਲਾਂ ਜਿਵੇਂ ਦਾ ਮਹਾਰਾਜ ਜੀ ਦਾ ਵਰਤਾਰਾ ਸੀ, ਜਿਵੇਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੀ ਸ਼ਰਨ ਚ ਆ ਕੇ ਗੁਰੂ ਅੰਗਦ ਸਾਹਿਬ ਨੇ ਸੇਵਾ ਟਹਿਲ ਕੀਤੀ ਹੈ, ਉਹ ਸਾਰੀ ਕਥਾ ਮਹਾਕਵੀ ਜੀ ਕਹਿੰਦੇ ਹੁਣ ਆਪ ਜੀ ਸਰਵਣ ਕਰੋ ਕਿ ਕਿਵੇਂ ਉਹਨਾਂ ਨੇ ਘਾਲਣਾ ਘਾਲੀ, ਕਿਵੇਂ ਸਤਿਗੁਰਾਂ ਦੀ ਸੇਵਾ ਕੀਤੀ। ਹਾਂਜੀ। ਭਾਈ ਜਥਾ ਉਚਰੋ ਮੈਂ ਤਥਾ। ਕਹਿੰਦੇ ਜਥਾ ਜਿਵੇਂ ਹੋਈ ਹੈ ਗੁਰੂ ਅੰਗਦ ਸਾਹਿਬ ਦੀ ਕਥਾ, ਮਹਾਕਵੀ ਜੀ ਕਹਿੰਦੇ ਤਥਾ ਮੈਂ ਉਸੇ ਤਰ੍ਹਾਂ ਉਚਾਰਨ ਕਰਦਾ ਹਾਂ। ਜੰਗਲ ਮਤੇ ਜੋ ਹੁਤੀ ਸਰਾਏ। ਖਾਲਸਾ ਜੀ ਇੱਧਰ ਮਾਲਵੇ ਵਿੱਚ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਅਸਥਾਨ ਹੈ। ਉਸ ਨਗਰ ਦਾ ਨਾਮ ਹੈ ਮੱਤੇ ਦੀ ਸਰਾਂ। ਜੰਗਲ ਦਾ ਇਲਾਕਾ ਯਾਨੀ ਕਿ ਮਾਲਵੇ ਦਾ ਇਲਾਕਾ। ਜੰਗਲ ਵਿੱਚ ਮੱਤੇ ਦੀ ਸਰਾਂ ਇੱਕ ਨਾਮਕ ਨਗਰ ਹੈ। ਮਨ ਪੁਨੀਤ ਫੇਰੂ ਤੈ ਥਾਏ। ਤਰੇਹਣ ਕੁਲ ਦੇ ਵਿੱਚੋਂ ਮਹਾਨ ਮਹਾਂਪੁਰਖ, ਉੱਚ ਅਵਸਥਾ ਦੇ ਮਾਲਕ, ਪੁਨੀਤ ਪਵਿੱਤਰ ਹਸਤੀ ਬਾਬਾ ਫੇਰੂ ਮੱਲ ਜੀ ਮਹਾਰਾਜ ਉਹ ਇਸ ਨਗਰ ਵਿੱਚ ਹੋਏ। ਤੇਹਣ ਗੋਤ ਛਤਰੀ ਜੈ ਜਾਤੀ। ਬਾਬਾ ਫੇਰੂ ਮੱਲ ਜੀ ਮਹਾਰਾਜ ਜੋ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਿਤਾ ਹਨ, ਉਹ ਤਰੇਹਣ ਕੁਲ ਦੇ, ਤਰੇਹਣ ਗੋਤਰ ਸੀ ਉਹਨਾਂ ਦਾ,
ਛਤਰੀ ਉਹਨਾਂ ਦਾ ਵਰਨ ਸੀ। ਕਰਮ ਧਰਮ ਮੈਂ ਸਭ ਬਖਿਆਤੀ। ਬਾਬਾ ਫੇਰੂ ਮੱਲ ਜੀ ਵੀ ਕਰਮ ਧਰਮ ਦੇ ਵਿੱਚ ਬੜੇ ਪ੍ਰਵਿਰਤ ਸੀ, ਕਰਮੀ ਧਰਮੀ ਸਨ, ਧਾਰਮਿਕ ਘਰ ਸੁਖਦਾਈ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ। ਲੈਣਾ ਨਾਮ ਧਰਿਓ ਹਿਤ ਲਾਈ। ਤੇ ਪਿਤਾ ਜੀ ਨੇ ਬੜੇ ਪ੍ਰੇਮ ਨਾਲ ਆਪਣੇ ਸਾਹਿਬਜ਼ਾਦੇ ਦਾ ਨਾਮ ਰੱਖਿਆ ਭਾਈ ਲਹਿਣਾ। ਗੁਰੂ ਅੰਗਦ ਸਾਹਿਬ ਦਾ ਪਹਿਲਾ ਨਾਮ ਭਾਈ ਲਹਿਣਾ ਸੀ। ਲਹਿਣੇ ਦੀ ਫਿਰ ਆਈ ਆ ਨਾਨਕਾ ਦੋਹੀ ਖੱਟੀ ਹੈ। ਮਹਾਰਾਜ ਭਾਈ ਸੱਤੇ ਤੇ ਬਲਵੰਡ ਨੇ ਗੁਰੂ ਸਾਹਿਬ ਦੇ ਨਾਂ ਦਾ ਜ਼ਿਕਰ ਕੀਤਾ। ਤੋ ਭਾਈ ਲਹਿਣਾ ਜੀ ਉਹ ਨਾਂ ਰੱਖਿਆ ਬਾਬਾ ਫੇਰੂ ਮੱਲ ਜੀ ਨੇ। ਜਨਮਤ ਭਗਤ ਸੰਗ ਜਿਸ ਆਈ। ਕਹਿੰਦੇ ਭਾਈ ਲਹਿਣਾ ਜੀ ਨੂੰ ਭਗਤੀ ਜਨਮ ਤੋਂ ਹੀ ਪ੍ਰਾਪਤ ਹੋਈ। ਜਦੋਂ ਜਨਮ ਹੋਇਆ, ਜਨਮ ਹੁੰਦਿਆਂ ਹੀ ਉਹਨਾਂ ਨੂੰ ਭਗਤੀ ਦਾ ਦਾਨ ਪ੍ਰਾਪਤ ਹੋਇਆ। ਕਿਦੋਂ ਤਾਈ ਨਿਜ ਦੇਹ ਬਣਾਈ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਜਿਹੜੀ ਪਰਮੇਸ਼ਰ ਦੀ ਭਗਤੀ ਹੈ ਨਾ, ਭਗਤੀ ਨੇ ਗੁਰੂ ਅੰਗਦ ਦੇਵ ਸਾਹਿਬ ਦਾ ਸਰੀਰ ਧਾਰਨ ਕੀਤਾ ਤੇ ਸੰਸਾਰ 'ਚ ਪ੍ਰਗਟ ਹੋ ਗਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਉਂ ਕਹਿ ਲੋ ਕਿ ਭਗਤੀ ਨੇ ਭਾਈ ਲਹਿਣੇ ਦਾ ਤਨ ਧਾਰਨ ਕਰ ਲਿਆ। ਹਾਂਜੀ, ਧੀਰਜ ਖਿਮਾ ਪੁਜਾ ਜੈ ਸੋਏ। ਹੁਣ ਜਦੋਂ ਭਗਤੀ ਸਰੀਰ ਧਾਰ ਕੇ ਆਈ ਹੈ, ਫਿਰ ਉਸ ਸਰੀਰ ਦੀਆਂ ਬਾਹਾਂ ਵੀ ਨੇ, ਉਸ ਸਰੀਰ ਦੇ ਨੇਤਰ ਵੀ ਨੇ, ਉਸ ਸਰੀਰ ਦੀਆਂ ਜਾਂਘਾਂ ਵੀ ਨੇ, ਪੈਰ ਵੀ ਨੇ, ਹੱਥ ਵੀ ਨੇ, ਅੱਖਾਂ ਵੀ ਨੇ। ਹੁਣ ਭਾਈ ਲਹਿਣਾ ਜੀ ਜਿਹੜੇ ਭਗਤੀ ਰੂਪ ਕਹਿੰਦੇ ਭਗਤੀ ਨੇ ਭਾਈ ਲਹਿਣੇ ਦਾ ਰੂਪ ਧਾਰਿਆ, ਉਹਦੇ ਵਿੱਚ ਧੀਰਜ ਖਿਮਾ ਭੁਜਾ ਜਿਹੇ ਸੋ ਹੈ। ਕਹਿੰਦੇ ਇਸ ਭਗਤੀ ਰੂਪੀ ਸਰੀਰ ਦੇ ਵਿੱਚ ਧੀਰਜ ਤੇ ਖਿਮਾ ਇਹ ਮਾਨੋ ਦੋ ਬਾਹਾਂ ਨੇ ਜਿਹੜੀਆਂ ਭਾਈ ਲਹਿਣਾ ਜੀ ਦੇ ਸਰੂਪ ਵਿੱਚ ਸ਼ੋਭਨੀਕ ਹੋ ਰਹੀਆਂ ਹਨ। ਅਜਰ ਜਰਨ ਸ਼ੁਭ ਰਿਦਾ ਪਇਓ ਹੈ। ਅਜਰ ਨੂੰ ਜਰ ਲੈਣ ਦੀ ਜਿਹੜੀ ਅਵਸਥਾ ਹੈ ਉਹ ਭਾਈ ਲਹਿਣਾ ਜੀ ਦਾ ਹਿਰਦਾ ਹੋ ਗਿਆ। ਇਉਂ ਕਹਿ ਲੋ ਕਿ ਅਜਰ ਨੂੰ ਜਰਨ ਦੀ ਜਿਹੜੀ ਸ਼ਕਤੀ ਹੈ ਉਹ ਭਾਈ ਲਹਿਣੇ ਦਾ ਹਿਰਦਾ ਹੈ। ਮੈਤਰੀ ਮੁਦਤਾ ਜਾਂਗ ਸੁਹਾਈ। ਮੈਤਰੀ ਸਭ ਨਾਲ ਮਿੱਤਰਤਾ ਰੱਖਣੀ, ਮੁੱਦਤਾ ਆਨੰਦ ਵਿੱਚ ਰਹਿਣਾ। ਕਹਿੰਦੇ ਆ ਜਿਹੜੇ ਦੋ ਸ਼ੁਭ ਗੁਣ ਨੇ ਇਹ ਮਾਨੋ ਭਾਈ ਲਹਿਣਾ ਜੀ ਦੀਆਂ ਦੋ ਜਾਂਘਾਂ ਹਨ। ਯਾਨੀ ਕਿ ਜਿਹੜੀ ਭਗਤੀ ਸਰੀਰ ਧਾਰ ਕੇ ਆਈ ਹੈ ਨਾ ਭਾਈ ਲਹਿਣੇ ਦੇ ਰੂਪ ਵਿੱਚ, ਹੁਣ ਉਹ ਸਰੀਰ ਦੇ ਅੰਗ ਕਿਹੜੇ ਕਿਹੜੇ ਨੇ? ਕਹਿੰਦੇ ਕਰੁਣਾ ਤੇ ਮੁੱਦਤਾ ਤੇ ਮੈਤਰੀ ਤੇ ਮੁੱਦਤਾ ਇਹ ਮਾਨੋ ਦੋ ਲੱਤਾਂ ਹਨ। ਕਟ ਕਰੁਣਾ ਕੀ ਅਤ ਛਬ ਪਾਈ। ਔਰ ਕਰੁਣਾ ਸਭ ਤੇ ਤਰਸ ਕਰਨਾ, ਦਇਆ ਕਰਨੀ, ਇਹ ਮਾਨੋ ਭਾਈ ਲਹਿਣੇ ਰੂਪੀ ਜਿਹੜਾ ਭਗਤੀ ਸਰੀਰ ਧਾਰ ਕੇ ਆਈ ਹੈ ਉਹਦੀ ਲੱਕ ਹੈ। ਹਾਂਜੀ, ਭਾਉ ਬਦਨ ਮਨ ਪ੍ਰੇਮ ਬਣਾਏ। ਕਹਿੰਦੇ ਭਾਉ ਜਿਹੜਾ ਪ੍ਰੇਮ ਹੈ ਉਹ ਮੁੱਖ ਹੈ, ਭਾਉ ਬਦਨ, ਔਰ ਜਿਹੜਾ ਮਨ ਹੈ ਉਹ ਪਰਮੇਸ਼ਰ ਦਾ ਪ੍ਰੇਮ ਹੈ। ਸਮ ਦਮ ਜਾਂ ਕੇ ਕਰਨ ਸੁਹਾਏ। ਸਮ ਤੇ ਦਮ ਯਾਨੀ ਕਿ ਇੰਦਰੀਆਂ ਤੇ ਮਨ ਨੂੰ ਰੋਕਣ ਦੀ ਬਿਰਤੀ ਉਹਨੂੰ ਕਹਿੰਦੇ ਨੇ ਸਮ ਦਮ। ਸਮ ਮਨ ਇੰਦਰੀਆਂ ਨੂੰ ਰੋਕਣਾ, ਦਮ ਮਨ ਨੂੰ ਰੋਕਣਾ। ਸਮ ਤੇ ਦਮ, ਜਿਹੜਾ ਇਹ ਸਮ ਤੇ ਦਮ ਹੈ ਇਹ ਮਾਨੋ ਇਸ ਭਗਤੀ ਰੂਪੀ ਸਰੀਰ ਦੇ ਦੋ ਕੰਨ ਨੇ। ਸ਼ਰਵਣ ਕਰਨ ਕਹਿੰਦੇ ਆ ਸ਼ਰਵਣਾ ਨੂੰ, ਕੰਨਾਂ ਨੂੰ, ਇਹ ਮਾਨੋ ਕੰਨ ਹਨ। ਧਿਆਨ ਕਰਨ ਲਿਵ ਲਾਗਨ ਜੋ। ਤੇ ਕਹਿੰਦੇ ਪਰਮੇਸ਼ਰ ਦਾ ਧਿਆਨ ਧਾਰਨਾ ਤੇ ਉਹਦੇ ਨਾਲ ਲਿਵ ਲਾਉਣੀ। ਦ્વੈ ਲੋਚਨ ਸ਼ੋਭਤ ਸ਼ੁਭ ਸੋ। ਇਹ ਮਾਨੋ ਇਸ ਭਗਤੀ ਰੂਪੀ ਸਰੀਰ ਦੇ ਦੋ ਨੇਤਰ ਹਨ, ਇਹ ਦੋ ਅੱਖਾਂ ਹਨ। ਗਿਆਨ ਸੀਸ ਜੈ ਕੇਰ ਬਿਰਾਜਤ। ਭਗਤੀ ਰੂਪੀ ਇਸ ਸਰੀਰ ਦਾ ਗਿਆਨ ਰੂਪੀ ਸਿਰ ਹੈ, ਗਿਆਨ ਸੀਸ ਹੈ। ਸਤ ਸੰਗਤ ਸ਼ਿੰਗਾਰ ਸ਼ੁਭ ਛਾਜਤ। ਔਰ ਜਿਹੜੀ ਇਹਨਾਂ ਦੀ ਸਤ ਸੰਗਤ ਹੈ ਉਹ ਮਾਨੋ ਇਹਨਾਂ ਦੇ ਤਨ ਤੇ ਕੀਤਾ ਸੋਹਣਾ ਸ਼ਿੰਗਾਰ ਹੈ। ਇਸ ਪ੍ਰਕਾਰ ਤਰ ਜਨਮ ਸੁਹਾਵਾ। ਇਸ ਪ੍ਰਕਾਰ ਭਗਤੀ ਨੇ ਇਹ ਸਰੀਰ ਬਣਾ ਕੇ
ਭਾਈ ਲਹਿਣੇ ਦੇ ਰੂਪ ਵਿੱਚ ਆ ਕੇ ਸੰਸਾਰ 'ਚ ਜੀਵਾਂ ਨੂੰ ਦਰਸ਼ਨ ਦਿੱਤੇ ਹਨ। ਭਗਤੀ ਦਾ ਉੱਪਰਲਾ ਜਿਹੜਾ ਸਰੀਰ ਦੱਸਿਆ, ਅੱਖਾਂ, ਨੇਤਰ, ਕੰਨ, ਹੱਥ, ਪੈਰ, ਕਹਿੰਦੇ ਮਾਨੋ ਭਗਤੀ ਨੇ ਇਹ ਸਰੀਰ ਧਾਰਨ ਕਰਕੇ ਭਾਈ ਲਹਿਣਾ ਜੀ ਦੇ ਰੂਪ ਵਿੱਚ ਸੰਸਾਰ ਦੇ ਜੀਵਾਂ ਨੂੰ ਆਪਣੇ ਦਰਸ਼ਨ ਦਿੱਤੇ ਹਨ। ਬਾਬਾ ਫੇਰੂ ਮੱਲ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਏ ਹਨ। ਬ੍ਰਿਧੈ ਦੇ ਜਿਉ ਕਾਲ ਬਿਤਾਵਾ, ਕਹਿੰਦੇ ਜਿਵੇਂ ਜਿਵੇਂ ਸਮਾਂ ਬੀਤਦਾ ਹੈ ਤਿਵੇਂ ਤਿਵੇਂ ਭਾਈ ਲਹਿਣਾ ਜੀ ਦਾ ਸਰੀਰ ਵੱਧ ਰਿਹਾ ਹੈ। 14 ਬਰਖ ਆਰ ਬਲ ਹੋਈ, ਜਦੋਂ ਭਾਈ ਲਹਿਣਾ ਜੀ ਦੇ ਸਰੀਰ ਦੀ ਆਯੂ 14 ਸਾਲ ਦੀ ਹੋਈ, ਜਿਨੇ ਵਿਕਾਰ ਨ ਪਰਸਿਓ ਕੋਈ, ਐਸੀ ਅਵਸਥਾ 'ਚ ਪਹੁੰਚ ਕੇ ਵੀ ਮੇਰੇ ਸਾਹਿਬ ਦੇ ਹਿਰਦੇ ਵਿੱਚ ਕਦੇ ਕਿਸੇ ਵਿਕਾਰ ਨੇ ਪਰਸਿਆ ਨਹੀਂ। ਖੱਤਰੀ ਇੱਕ ਖਡੂਰ ਮੈਂ ਰਹੀ, ਖਡੂਰ ਸਾਹਿਬ ਦੇ ਇੱਕ ਖੱਤਰੀ ਪਰਿਵਾਰ ਸੀ। ਸੁਤਾ ਨਿਕੇਤ ਤਾਏ ਕੇ ਐਹੀ, ਉਹਨਾਂ ਦੀ ਭਾਗਸ਼ਾਲੀ ਸਪੁੱਤਰੀ ਸੀ ਧੰਨ ਮਾਤਾ ਖੀਵੀ। ਮਾਤਾ ਖੀਵੀ ਜੀ ਦੇ ਨਾਲ ਭੇਜ ਮਨੁਜ ਤਿਨ ਕੀਨ ਸਗਾਈ, ਭਾਈ ਲਹਿਣੇ ਦੀ ਸਗਾਈ ਹੋਈ। ਉੱਥੇ ਸੇਵਕ ਭੇਜੇ, ਮਿਰਾਸ਼ੀ ਉਹਨਾਂ ਦਿਨਾਂ 'ਚ ਜਾਇਆ ਕਰਦੇ ਲੱਗੀ ਤੇ ਕਹਿੰਦੇ ਭਾਈ ਲਹਿਣਾ ਜੀ ਦੀ ਸਗਾਈ ਖਡੂਰ ਸਾਹਿਬ ਵਿਖੇ ਮਾਤਾ ਖੀਵੀ ਜੀ ਨਾਲ ਹੋਈ। ਕਿਤਕ ਸਮਾਂ ਪੁਨ ਦੀਨ ਬਿਤਾਈ, ਇਸੇ ਤਰ੍ਹਾਂ ਕੁਝ ਸਮਾਂ ਸਾਹਿਬ ਜੀ ਨੇ ਬਤੀਤ ਕੀਤਾ। ਕਰਿਓ ਵਿਆਹ ਦਾਜ ਬਹੁ ਦੀਨਾ, ਕਹਿੰਦੇ ਵਿਆਹ ਹੋਇਆ। ਵਿਆਹ ਤੋਂ ਬਾਅਦ ਮਾਤਾ ਖੀਵੀ ਜੀ ਦੇ ਪਰਿਵਾਰ ਨੇ ਬਰਾਤ ਦੀ ਸੇਵਾ ਟਹਿਲ ਕੀਤੀ। ਦੇਖ ਜਮਾਤਾ ਆਨੰਦ ਪੀਨਾ, ਔਰ ਖਡੂਰ ਸਾਹਿਬ ਵਿੱਚ ਮਹਾਰਾਜ ਜੀ ਦੇ ਸਹੁਰੇ ਪਰਿਵਾਰ ਨੇ ਜਦੋਂ ਭਾਈ ਲਹਿਣੇ ਦੇ ਦਰਸ਼ਨ ਕੀਤੇ ਬੜੇ ਖੁਸ਼, ਬੜੇ ਆਨੰਦਿਤ ਹੋਏ। ਗਏ ਗ੍ਰਾਮ ਨਿਜ ਰਹੇ ਬਹੋਰੀ, ਮਹਾਰਾਜ ਜੀ ਵਾਪਸ ਆਪਣੇ ਨਗਰ ਮੱਤੇ ਦੀ ਸਰਾਂ ਆਏ। ਕੁਝ ਸਮਾਂ ਸਤਿਗੁਰੂ ਜੀ ਮਾਲਵੇ 'ਚ ਮੱਤੇ ਦੀ ਸਰਾਂ ਰਹੇ। ਕਿਤਕ ਕਾਲ ਬੀਤਿਓ ਤਿਸ ਠੌਰੀ, ਜਦੋਂ ਕੁਝ ਕੁ ਸਮਾਂ ਮੱਤੇ ਦੀ ਸਰਾਂ ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਬਤੀਤ ਕੀਤਾ। ਇੱਕ ਦਿਨ ਚੜੀ ਬਲੋਚਨ ਤਾਰੀ, ਖਾਲਸਾ ਜੀ ਇੱਕ ਦਿਨ ਉਹਨਾਂ ਵੇਲਿਆਂ ਵਿੱਚ ਖਾਲਸਾ ਜੀ ਧਾੜ ਵੀ ਬਹੁਤ ਆਇਆ ਕਰਦੇ, ਨਗਰ ਪਿੰਡ ਉਜਾੜ ਜਾਇਆ ਕਰਦੇ। ਧਾੜਵੀਆਂ ਦੀ ਇੱਕ ਡਾਰ ਚੜ ਕੇ ਆਈ ਮੱਤੇ ਦੀ ਸਰਾਂ ਤੇ। ਜੰਗਲ ਮਤੇ ਸਰਾਏ ਸੁਮਾਰੀ, ਉਹਨਾਂ ਨੇ ਆ ਕੇ ਮੱਤੇ ਦੀ ਸਰਾਂ ਮਾਰੀ। ਢਾਏ ਨਿਕੇਤ ਥੇ ਸੋ ਕੀਨਾ, ਇੱਕ ਵਾਰੀ ਸਾਰਾ ਨਗਰ ਢਾ ਕੇ ਉਹਨਾਂ ਨੇ ਥੇ ਬਣਾ ਦਿੱਤਾ। ਬੋਹਰ ਨ ਕੋ ਬਸਨੇ ਦੀਨਾ, ਮੁੜ ਕੇ ਉੱਥੇ ਕਿਸੇ ਨੂੰ ਵਸਣ ਨਹੀਂ ਦਿੱਤਾ। ਸ਼੍ਰੀ ਲੈਣਾ ਤਬ ਤੇ ਤਜ ਗ੍ਰਾਮੋ, ਭਾਈ ਲਹਿਣਾ ਜੀ ਉਸ ਦਿਨ ਤੋਂ ਇਹ ਨਗਰ ਛੱਡ ਕੇ ਆਪਣੇ ਪਰਿਵਾਰ ਸਮੇਤ ਆਨ ਖਡੂਰ ਵਿਖੇ ਕੀਏ ਤਾਮੋ, ਮਹਾਰਾਜ ਜੀ ਮਾਝੇ 'ਚ ਖਡੂਰ ਸਾਹਿਬ ਆ ਗਏ। ਗੁਰੂ ਅੰਗਦ ਸਾਹਿਬ ਨੇ ਇੱਥੇ ਖਡੂਰ ਸਾਹਿਬ ਆ ਕੇ ਆਪਣਾ ਨਿਵਾਸ ਕੀਤਾ। ਰਹੇ ਤਹਾਂ ਪੁਨ ਗਏ ਕਿ ਥਾਵਨਾ, ਮਹਾਰਾਜ ਜੀ ਮੁੜ ਕੇ ਖਡੂਰ ਸਾਹਿਬ ਹੀ ਰਹੇ ਭਾਈ ਲਹਿਣਾ ਜੀ। ਫਿਰ ਇਹ ਨਗਰ ਛੱਡ ਕੇ ਕਿਸੇ ਹੋਰ ਨਗਰ ਵਿੱਚ ਨਹੀਂ ਗਏ, ਭਾਵ ਕਿਤੇ ਹੋਰ ਟਿਕਾਣਾ ਨਹੀਂ ਕੀਤਾ। ਬਹੁਤੋ ਕੀਨੋ ਸਮਾਂ ਬਿਤਾਵਨ, ਇੱਥੇ ਹੀ ਲੰਮਾ ਸਮਾਂ ਭਾਈ ਲਹਿਣਾ ਜੀ ਨੇ ਬਤੀਤ ਕੀਤਾ। ਜੋਤੀ ਜੋਤ ਵੀ ਇੱਥੇ ਹੀ ਸਮਾਏ। ਗ੍ਰਾਮ ਖਡੂਰ ਨਾਰ ਨਰ ਜੋ, ਖਡੂਰ ਸਾਹਿਬ ਨਗਰ ਦੇ ਜਿਹੜੇ ਨਰ ਤੇ ਨਾਰੀਆਂ ਸਨ, ਇਸਤਰੀਆਂ ਮਰਦ ਸਨ, ਸੇਵਕ ਦੁਰਗਾ ਕੇ ਸਭ ਸੋ, ਇਹ ਉਹਨਾਂ ਦਿਨਾਂ ਵਿੱਚ ਦੁਰਗਾ ਦੇ ਭਗਤ ਸੀ। ਜਦੋਂ ਭਾਈ ਲਹਿਣਾ ਜੀ ਖਡੂਰ ਸਾਹਿਬ ਆਏ ਨਾ ਤੇ ਬਾਬਾ ਫੇਰੂ ਮੱਲ ਜੀ ਵੀ ਦੁਰਗਾ ਦੀ ਉਪਾਸਨਾ ਵਾਸਤੇ ਜਵਾਲਾ ਜੀ ਦੀ ਯਾਤਰਾ ਨੂੰ ਜਾਇਆ ਕਰਦੇ। ਤੇ ਉਹ ਖਡੂਰ ਸਾਹਿਬ ਦੇ ਜਿਹੜੇ ਵਸਿੰਦੇ ਸੀ ਇਹ ਵੀ ਉਸ ਵੇਲੇ ਉਹਨਾਂ ਦਿਨਾਂ 'ਚ ਦੁਰਗਾ ਦੀ ਭਗਤੀ ਕਰਦੇ ਸੀ। ਜਾਏ ਬਰਖ ਦਿਨ ਮੈਂ ਸ਼੍ਰੀ ਜਵਾਲਾ, ਜਦੋਂ ਸਾਲ ਵਿੱਚ ਜਵਾਲਾ ਜੀ ਦਾ ਮੇਲਾ ਹੁੰਦਾ, ਇੱਧਰ ਕਾਂਗੜ ਦੇ ਵਿੱਚ ਜਵਾਲਾ ਜੀ ਦਾ ਮੰਦਿਰ ਹੈ, ਉੱਥੇ ਜਦੋਂ ਸਾਲ ਵਿੱਚ ਮੇਲਾ ਹੁੰਦਾ ਤੇ ਉਦੋਂ ਇਹ ਖਡੂਰ ਸਾਹਿਬ ਦੇ ਜਿੰਨੇ ਵਸਿੰਦੇ ਸੀ ਮੇਲੇ ਦੇ ਉੱਤੇ ਜਾਇਆ ਕਰਦੇ ਸਨ। ਪਰਸ ਕਾਂਗੜੇ ਹਰਖ ਵਿਸ਼ਾਲਾ, ਹਰ ਸਾਲ ਉਹਨਾਂ ਨੇ ਕਾਂਗੜੇ ਜਾਣਾ ਤੇ ਜਾ ਕੇ ਉੱਥੇ ਮੇਲੇ ਤੇ ਸ਼ਮੂਲੀਅਤ ਕਰਨੀ, ਹਾਜ਼ਰੀ ਭਰਨੀ। ਲੈਣਾ ਸਭ ਮੈਂ ਮੁਖੀ ਹੋਏ ਜਾਈ, ਭਾਈ ਲਹਿਣਾ ਜੀ ਉਸ ਵੇਲੇ ਨਗਰ ਵਿੱਚ ਬੜੇ ਪ੍ਰਤਿਸ਼ਠਿਤ ਤੇ ਸਤਿਕਾਰਤ ਵਿਅਕਤੀ ਸਨ।
ਸਾਰੇ ਨਗਰ ਵਿੱਚ ਭਾਈ ਲਹਿਣਾ ਜੀ ਦਾ ਅਦਬ ਹੈ, ਸਤਿਕਾਰ ਹੈ। ਵੱਡਾ ਪਰਿਵਾਰ ਸੀ, ਸ਼ਾਹੂਕਾਰਾਂ ਦਾ ਪਰਿਵਾਰ ਸੀ। ਤੋ ਉਸ ਵਕਤ ਸਾਰੇ ਨਗਰ ਨਿਵਾਸੀ ਭਾਈ ਲਹਿਣੇ ਦੇ ਅਧੀਨ ਹੋ ਕੇ ਜਾਇਆ ਕਰਦੇ ਸਨ। ਇਸ ਬਿਦ ਕਰ ਹੈ ਨੇਮ ਸਦਾਈ। ਇਸੇ ਤਰ੍ਹਾਂ ਦਾ ਨੇਮ ਭਾਈ ਲਹਿਣਾ ਜੀ ਕਾਫੀ ਸਮੇਂ ਤੱਕ ਕਰਦੇ ਕਰਾਉਂਦੇ ਰਹੇ। ਏਕ ਸਿੱਖ ਸ਼੍ਰੀ ਨਾਨਕ ਕੇਰਾ। ਖਾਲਸਾ ਜੀ ਉਸੇ ਨਗਰ ਖਡੂਰ ਸਾਹਿਬ ਵਿੱਚ, ਜਿਸ ਘਰ ਵਿੱਚ ਭਾਈ ਲਹਿਣਾ ਜੀ ਯਾਨੀ ਕਿ ਗੁਰੂ ਅੰਗਦ ਸਾਹਿਬ ਰਹਿੰਦੇ ਸਨ, ਮਹਾਰਾਜ ਜੀ ਦੇ ਘਰ ਦੇ ਨੇੜੇ ਹੀ ਗੁਰੂ ਨਾਨਕ ਸਾਹਿਬ ਦਾ ਇੱਕ ਬੜਾ ਹੀ ਪਿਆਰਾ ਸੇਵਕ ਸਿੱਖ ਸੀ, ਜਿਹਦਾ ਨਾਮ ਸੀ ਭਾਈ ਜੋਧ। ਹਾਂਜੀ, ਰਹੇ ਖਡੂਰ ਜਿਸ ਪ੍ਰੇਮ ਕਨੇਰਾ। ਉਹ ਖਡੂਰ ਸਾਹਿਬ ਦਾ ਰਹਿਣ ਵਾਲਾ ਤੇ ਗੁਰੂ ਨਾਨਕ ਸਾਹਿਬ ਦਾ ਪ੍ਰੇਮੀ ਸੀ ਭਾਈ ਜੋਧ। ਗੁਰੂ ਨਾਨਕ ਸਾਹਿਬ ਨਾਲ ਉਹਦੇ ਮਨ 'ਚ ਬੜਾ ਹੀ ਪ੍ਰੇਮ ਸੀ। ਪੜੇ ਸਦੀਵ ਗੁਰੂ ਕੀ ਬਾਣੀ। ਭਾਈ ਜੋਧ ਅੰਮ੍ਰਿਤ ਵੇਲੇ ਉੱਠਦਾ ਤੇ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਆਸਾ ਜੀ ਦੀ ਵਾਰ ਪੜ੍ਹਦਾ। ਬੜੇ ਪਿਆਰ ਨਾਲ ਉਹ ਸ਼ਬਦਾਂ ਦਾ ਕੀਰਤਨ ਕਰਦਾ, ਬੜੇ ਪ੍ਰੇਮ ਨਾਲ ਭਿੱਜ ਕੇ ਸਤਿਗੁਰਾਂ ਦੀ ਬਾਣੀ ਪੜ੍ਹਦਾ ਹੈ। ਸੇਵ ਆਨ ਕੀ ਹਿਰਦੇ ਨਯਾਨੀ। ਗੁਰੂ ਨਾਨਕ ਸਾਹਿਬ ਤੇ ਇਹੋ ਜਿਹਾ ਪਰਪੱਕ ਭਰੋਸਾ ਹੈ ਭਾਈ ਜੋਧ ਨੂੰ ਕਿ ਸਤਿਗੁਰਾਂ ਤੋਂ ਬਿਨਾਂ ਕਿਸੇ ਦੂਜੇ ਦੀ ਸੇਵਾ ਆਪਣੇ ਮਨ 'ਚ ਨਹੀਂ ਲਿਆਉਂਦਾ। ਹਾਲਾਂਕਿ ਪਿੰਡ ਦੇ ਬਹੁਤਾਤ ਦੇ ਲੋਕ ਦੁਰਗਾ ਭਗਤ ਸਨ, ਪਰ ਇਹ ਸਿੱਖ ਕੇਵਲ ਗੁਰੂ ਨਾਨਕ ਸਾਹਿਬ ਨੂੰ ਆਪਣਾ ਇਸ਼ਟ ਮੰਨਦਾ ਹੈ। ਜਿਵੇਂ ਕਲਗੀਧਰ ਦੇ ਬਚਨ ਨੇ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਇਹੋ ਜੀ ਅਵਸਥਾ ਸੀ ਇਸ ਸਿੱਖ ਦੀ। ਸ਼ਰਦਾ ਸ਼੍ਰੀ ਨਾਨਕ ਪਗ ਮਾਈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਤੇ ਬਹੁਤ ਅਟੁੱਟ ਸ਼ਰਧਾ ਹੈ ਇਹਦੇ ਮਨ ਵਿੱਚ। ਪ੍ਰੇਮਾਨੰਦ ਰਹੇ ਨਿਤ ਤਾਈ। ਨਿਤ ਪ੍ਰੇਮ ਆਨੰਦ ਵਿੱਚ ਮਗਨ ਰਹਿੰਦਾ ਭਾਈ ਜੋਧ। ਪ੍ਰੇਮ ਦੇ ਆਨੰਦ ਵਿੱਚ ਭਾਈ ਜੋਧ ਜੀ ਭਿੱਜੇ ਰਹਿੰਦੇ ਹਨ, ਗੁਰਬਾਣੀ ਪੜ੍ਹਦੇ ਹਨ। ਏਕ ਦਿਵਸ ਮੈਂ ਇੱਕ ਮਨ ਹੋਈ। ਇੱਕ ਦਿਨ ਦੀ ਗੱਲ ਹੈ ਕਿ ਇੱਕ ਮਨ ਇੱਕ ਚਿੱਤ ਹੋ ਕੇ ਭਾਈ ਜੋਧ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ ਗਾ ਰਹੇ ਨੇ। ਬਾਣੀ ਪੜੇ ਪ੍ਰੇਮ ਯੁਤ ਸੋਈ। ਇਹੋ ਜਿਹਾ ਰੰਗ ਬਣਿਆ ਵੀ ਉੱਚੀ ਉੱਚੀ ਗਾਣ ਲੱਗ ਪਏ, ਪ੍ਰੇਮ 'ਚ ਭਿੱਜੇ ਕੀਰਤਨ ਕਰ ਰਹੇ ਹਨ। ਸੁਨੇ ਸ਼ਬਦ ਸ਼੍ਰੀ ਲੈਣੇ ਜਬਈ। ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਸ਼ਬਦ ਪਿਆ ਗੁਰੂ ਨਾਨਕ ਸਾਹਿਬ ਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ ਉਹ ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਪਈ। ਜਾਗਿਓ ਹਿਰਦੇ ਪ੍ਰੇਮ ਬਹੁ ਤਬਈ। ਬਸ ਇੰਨੀ ਦੇਰੀ ਸੀ, ਕੰਨਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਪਏ ਹੀ ਨੇ ਕਿ ਹਿਰਦੇ 'ਚ ਗੁਰੂ ਨਾਨਕ ਸਾਹਿਬ ਪ੍ਰਤੀ ਪ੍ਰੇਮ ਜਾਗ ਪਿਆ। ਉਸੇ ਵਕਤ ਹੀ ਹਿਰਦਾ ਪ੍ਰੇਮ ਨਾਲ ਭਰ ਗਿਆ। ਸਿੱਖ ਹਕਾਰਿਓ ਬੂਝਿਓ ਤਾਂ ਕੋ। ਉਸ ਸਿੱਖ ਨੂੰ ਸੱਦਿਆ, ਭਾਈ ਜੋਧ ਨੂੰ ਬੁਲਾ ਕੇ, ਤੇ ਭਾਈ ਲਹਿਣਾ ਜੀ ਪੁੱਛਦੇ ਨੇ, ਤੁਮ ਜੋ ਪੜਤ ਸ਼ਬਦ ਕੋ ਕਾਕੋ। ਕਹਿੰਦੇ ਭਾਈ ਜੋਧ, ਆ ਜਿਹੜਾ ਸ਼ਬਦ ਤੂੰ ਪੜਦਾ ਸੀ ਇਹ ਕਿਹਦਾ ਹੈ? ਇਹ ਗੁਬਾਣੀ ਤੂੰ ਕਿਹਦੀ ਪੜਦਾ ਸੀ? ਸਿੱਖ ਕਹਿਓ ਗੁਰੂ ਨਾਨਕ ਮੇਰਾ। ਸਿੱਖ ਨੇ ਆਖਿਆ ਮੇਰੇ ਗੁਰੂ ਗੁਰੂ ਨਾਨਕ ਸਾਹਿਬ ਹਨ। ਪੜੋ ਸ਼ਬਦ ਤਿੰਨ ਕੋ ਮੈਂ ਚੇਰਾ। ਇਹ ਸ਼ਬਦ ਮੈਂ ਉਹਨਾਂ ਦਾ ਪੜਦਾ ਹਾਂ ਤੇ ਮੈਂ ਉਹਨਾਂ ਦਾ ਚੇਰਾ ਹਾਂ, ਉਹ ਮੇਰੇ ਗੁਰੂ ਨੇ, ਮੈਂ ਉਹਨਾਂ ਦਾ ਸਿੱਖ ਹਾਂ, ਔਰ ਇਹ ਸ਼ਬਦ ਮੈਂ ਗੁਰੂ ਨਾਨਕ ਸਾਹਿਬ ਦੇ ਪੜ ਰਿਹਾ। ਭਾਈ ਲਹਿਣਾ ਜੀ ਨੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਮ ਸੁਣਿਆ, ਦੋਹਰਾ ਤਬ ਲੈਣੇ ਮਨ ਮੈਂ ਗਿਣੀ ਜਿਸ ਕੇ ਐਸੇ ਬੈਨ। ਭਾਈ ਲਹਿਣਾ ਜੀ ਨੇ ਮਨ 'ਚ ਵਿਚਾਰ ਕੀਤੀ ਕਿ ਜਿਸ ਗੁਰੂ ਦੇ ਬਚਨ ਇਹੋ ਜਿਹੇ ਆਨੰਦ ਵਾਲੇ ਨੇ, ਜਿਸ ਗੁਰੂ ਦੇ ਬਚਨਾਂ ਵਿੱਚ ਇਹੋ ਜਿਹਾ ਰਸ ਹੈ, ਗੁਰੂ ਕਰੋ ਤਾਂ ਕੋ ਅਬੇ ਸੁਨਤ ਹੋਤ ਮਨ ਚੈਨ। ਮੈਂ ਉਹਨਾਂ ਨੂੰ ਜਾ ਕੇ ਆਪਣਾ ਗੁਰੂ ਬਣਾਵਾਂ ਜਿਨ੍ਹਾਂ ਦੇ ਬਚਨ ਸੁਣ ਕੇ ਮਨ ਨੂੰ ਇੰਨਾ ਚੈਨ ਤੇ ਸਕੂਨ ਆਇਆ। ਦਰਸ਼ਨ ਕਰਕੇ ਕਿਹੋ ਜਿਹਾ ਖੇੜਾ ਮਿਲੇਗਾ। ਸਤਿ ਸ੍ਰੀ ਅਕਾਲ। ਭਾਈ ਲਹਿਣਾ ਜੀ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਦੀ ਸ਼ਰਨ ਆਏ ਹਨ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਹੈ
ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸੁਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਕੱਲ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦਿਹਾੜਾ ਹੈ। ਕੱਲ ਸਵੇਰੇ 10 ਵਜੇ ਸਤਿਗੁਰਾਂ ਦੀ ਧੁਰ ਕੀ ਅਕਾਲੀ ਬਾਣੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਕੱਲ ਸ਼ਾਮ ਨੂੰ 7 ਤੋਂ 10 ਵਜੇ ਤੱਕ ਗੁਰਮਤਿ ਸਮਾਗਮ ਹੋ ਰਹੇ ਨੇ, ਜਿਨ੍ਹਾਂ ਸਮਾਗਮਾਂ ਵਿੱਚ ਸੁਖਮਣੀ ਸਾਹਿਬ ਜੀ ਦੇ ਸੰਗਤੀ ਰੂਪ ਚ ਪਾਠ ਹੋਣਗੇ। ਉਪਰੰਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਤੰਤੀ ਸਾਜ਼ਾਂ ਨਾਲ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਦੀਆਂ ਵਡਿਆਈਆਂ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਆਪ ਜੀ ਨੇ ਕੱਲ ਸ਼ਾਮ ਦੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਕੱਲ ਦੁਪਹਿਰੇ 3 ਵਜੇ ਸ਼ੇਰੇ ਪੰਜਾਬ ਮਾਰਕੀਟ ਤੋਂ ਨਗਰ ਕੀਰਤਨ ਵੀ ਆਰੰਭ ਹੋਣਾ, ਉਹਦੇ ਵਿੱਚ ਵੀ ਜਿਨ੍ਹਾਂ ਹਾਜ਼ਰੀਆਂ ਭਰਨੀਆਂ ਭਰ ਕੇ ਖੁਸ਼ੀਆਂ ਪ੍ਰਾਪਤ ਕਰੋ। 8 ਅਗਸਤ ਨੂੰ 100 ਸਾਲਾ ਗੁਰੂ ਕੇ ਬਾਗ ਦਾ ਮੋਰਚਾ ਦਾ ਜੋ ਸ਼ਤਾਬਦੀ ਦਾ ਦਿਨ ਹੈ, ਉਹਨਾਂ ਸਮੂਹ ਯੋਧਿਆਂ ਸ਼ਹੀਦਾਂ ਨੂੰ ਚੇਤੇ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੇ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਸ਼ਤਾਬਦੀ ਦਾ ਦਿਨ ਮਨਾਇਆ ਜਾ ਰਿਹਾ ਹੈ। 8 ਅਗਸਤ ਨੂੰ ਸਮੂਹ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰਨੀਆਂ, ਸ਼ਹੀਦਾਂ ਨੂੰ ਆਪਣਾ ਸਤਿਕਾਰ ਭੇਟ ਕਰਕੇ ਸ਼ਹੀਦਾਂ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਜੀ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਕ ਪਰੰਪਰ ਹਰ ਹਰੇ ਹੈ ਪੀਓ ਅਣਹਾਰ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋਈ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ